नानक पद पंकज बंदन सिमरो अंगद दुख निकंदन अमरदास गुर हृदय त्यागा श्री गुरु रामदास गुण गावा श्री अर्जन बिघ्नन के नासक हर गोबिंद शुभ सुमत प्रकाशक श्री हर राय नमो कर जोरी गुर हर कृष्ण मनाओ बहोरी तेग बहादुर परम कृपाला दसवे गोबिंद सिंह विसाला तरो तरा तर पुन पुन सीसा बंदा वार वार जगदीसा जिसमें है अमृत ज्ञान है मानुख भगत बैराग गुरु ग्रंथ साहिब उदद बंदों करे अनुराग एकंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए सतनाम श्री वाहिगुरु साहिब जी सब गुर बख्श संग मिल कहियो अब मिल गुर दर्शन को लहियो समा कहन को लख मद माही बूझ हो सकल होए कर पाही वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਵਾਜੀ, ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਹੋ ਹਰ ਕੇ ਸ਼ਾਮ ਦੇ ਦੀਵਾਨਾਂ ਦਾ ਆਪ ਜੀ ਆਨੰਦ ਮਾਣ ਰਹੇ ਹੋ। ਸੁਭਾਗ ਸਮਾਂ ਸਤਿਗੁਰ ਜੀਆਂ ਨੇ ਇਹ ਬਖਸ਼ਿਸ਼ ਕੀਤਾ ਹੈ। ਬੜੀ ਹੀ ਸ਼ਰਧਾ ਤੇ ਭਾਵਨਾ ਦੇ ਸਹਿਤ ਕਾਫੀ ਦੇਰ ਤੋਂ ਜੁੜ ਕੇ ਆਪ ਜੀ ਵਾਹਿਗੁਰੂ ਸਿਮਰਨ ਦਾ ਆਨੰਦ ਮਾਣ ਰਹੇ ਸੀ। ਸੁਆਓ ਹੁਣ ਸਮਾਂ ਹੋਇਆ ਸਤਿਗੁਰਾਂ ਦੇ ਪਾਵਨ ਜੀਵਨ ਦੀ ਕਥਾ ਦਾ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਸੀ ਬਾਲਾ ਸਾਹਿਬ ਜੀ ਦੇ ਪਾਵਨ ਅਸਥਾਨ ਤੇ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਅੰਤਮ ਉਪਦੇਸ਼ ਬਖਸ਼ ਰਹੇ ਨੇ। ਜਿਉਂ ਹੀ ਸਿੱਖ ਸਤਿਗੁਰਾਂ ਦਾ ਉਪਦੇਸ਼ ਸੁਣਦੇ ਨੇ ਮਨ ਬੜਾ ਵੈਰਾਗੀ ਹੋਇਆ ਹੈ। ਬੜਾ ਦੁੱਖ ਹੈ ਗੁਰਾਂ ਦੇ ਵਿਛੋੜੇ ਦਾ। ਰਾਜਾ ਜੈ ਸਿੰਘ ਸਵਾਈ ਵੀ ਸਤਿਗੁਰਾਂ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕੁਝ ਦੇਰ ਉਮਰ ਵਧਾ ਲਓ। ਸਮਾਂ ਪਏ ਤੋਂ ਗੁਰਤਾ ਗੱਦੀ ਦੇ ਯੋਗ ਕਿਸੇ ਨੂੰ ਬਣਾ ਕਰਕੇ ਫੇਰ ਆਪ ਦੀ ਤਨ ਦਾ ਪਰਿਤਿਆਗ ਕਰਿਓ ਤਾਂ ਜੋ ਸੰਗਤਾਂ ਨੂੰ ਤੇ ਹੌਸਲਾ ਮਿਲ ਜੇ। ਪਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਸਿੱਖੋ ਧੁਰ ਕੀ ਬਾਣੀ ਦਾ ਜਾਪ ਕਰਿਆ ਕਰੋ, ਆਦਿ ਗ੍ਰੰਥ ਜੀ ਦੀ ਪੂਜਾ ਕਰਿਆ ਕਰੋ, ਸੇਵਾ ਤੇ ਸਿਮਰਨ ਜੀਵਨ ਦਾ ਮਨੋਰਥ ਬਣਾ ਲਓ। ਸ਼ਬਦ ਗੁਰੂ ਦੀ ਪੂਜਾ ਕਰੋਗੇ ਤੇ ਸਾਡੇ ਦੀਦਾਰ ਹੋਣਗੇ। ਇੱਥੋਂ ਤੱਕ ਆਪ ਸਰਬਤ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਇਤਿਹਾਸ ਦਾ ਆਨੰਦ ਮਾਣਿਆ ਸੀ। ਆਓ ਕੁਝ ਸਮਾਂ ਸੁਰਤੀਆਂ ਬਿਰਤੀਆਂ ਨੂੰ ਲੈ ਕੇ ਚੱਲੀਏ ਬਾਲਾ ਸਾਹਿਬ ਦੇ ਪਾਵਨ ਅਸਥਾਨ ਦਿੱਲੀ ਵਿਖੇ। ਬਖਸ਼ੋ ਆਸੀਸ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਗੁਰ ਬਖਸ਼ ਸੰਗ ਮਿਲ ਕਹਿਓ, ਆਪ ਮਿਲ ਗੁਰ ਦਰਸ਼ਨ ਕੋ ਲਹਿਓ। ਜਿਸ ਵੇਲੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਜੈਪੁਰ ਦਾ ਰਾਜਾ ਜੈ ਸਿੰਘ ਸਵਾਈ ਮਨ ਕਰਕੇ ਬੜਾ ਦੁਖੀ ਹੈ। ਕਿਉਂਕਿ ਬਾਦਸ਼ਾਹ ਦੀ ਚਾਹਤ ਸੀ ਸਤਿਗੁਰ ਜੀ ਕਈ ਸਾਲ ਜੀਵਨ ਕਰਕੇ ਮੇਰੇ ਪਾਸ ਰਹਿਣ, ਪਰ ਗੁਰੂ ਸਾਹਿਬ ਨੇ ਤੇ ਬੜੀ ਛੇਤੀ ਕਹਿ ਦਿੱਤਾ ਸੀ ਤੇ ਸਰੀਰ ਛੱਡ ਕੇ ਜਾਣਾ ਹੈ। ਹੁਣ ਇਸੇ ਗੱਲ ਤੇ ਜਿੱਥੇ ਸੰਗਤਾਂ ਮਸੰਦ ਹੋਰ ਗੁਰਸਿੱਖ ਚਿੰਤਾ ਜਤਾ ਰਹੇ ਨੇ, ਉੱਥੇ ਭਾਈ ਗੁਰਬਖਸ਼ ਵੱਲ ਇਹ ਗੁਰੂ ਘਰ ਦਾ ਮੋਢੀ ਜਥੇਦਾਰ ਸੀ, ਮਸੰਦ ਸੀ ਵੱਡਾ। ਰਾਜਾ ਜੈ ਸਿੰਘ ਸਵਾਈ ਇਹਦੇ ਕੋਲ ਆਇਆ, ਆਪਸ ਵਿੱਚ ਬੈਠੇ ਨੇ। ਅੱਜ ਗੁਰਮਤੇ ਕਰਦੇ ਹਨ ਸਮਾਂ ਕਹਿਨ ਕੋ ਲਖ ਮਨ ਮਾਹੀ, ਬੂਝੋ ਸਕਲ ਹੋਏ ਕਰ ਪਾਹੀ। ਭਾਈ ਸਤਿਗੁਰਾਂ ਨੂੰ ਜਾ ਕੇ ਆਪਾਂ ਇਹ ਤੇ ਪੁੱਛ ਲਈਏ, ਮਹਾਰਾਜ ਜਿਸ ਸਮੇਂ ਵਿੱਚ ਆਪ ਸਰੀਰ ਛੱਡਣਾ ਚਾਹੁੰਦੇ ਹੋ ਇਹ ਸਮਾਂ ਕੋਈ ਬਹੁਤਾ ਵੱਡਾ ਨਹੀਂ। ਤੁਸੀਂ ਤੇ ਬੜਾ ਥੋੜਾ ਸਮਾਂ ਗੁਰਤਾ ਗੱਦੀ ਤੇ ਬੈਠੇ ਹੋ, ਤਕਰੀਬਨ 2 ਸਾਲ 5 ਮਹੀਨੇ 20 ਦਿਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਸੁਭਾਏ ਮਾਨ ਹੋਏ। ਜੋ ਸਮਾਂ ਪਹਿਲੇ 6-7 ਗੁਰਾਂ ਦੇ ਜੀਵਨ ਕਾਲ ਦੇ ਨਾਲੋਂ ਬਹੁਤ ਜ਼ਿਆਦਾ ਛੋਟਾ ਹੈ। ਇਸ ਕਰਕੇ ਸੰਗਤਾਂ ਵੀ ਅੱਜ ਫਿਕਰ ਜਤਾਉਂਦੀਆਂ ਨੇ। ਜਬ ਹੋਏ ਜੈ ਹੈ ਅੰਤਰ ਧਿਆਨ, ਹਿਰਦੇ ਬਿਸੂਰਤ ਰਹੋ ਮਹਾਨ। ਹੁਣ ਭਾਈ ਗੁਰਬਖਸ਼ ਨੂੰ ਰਾਜਾ ਜੈ ਸਿੰਘ ਸਵਾਈ ਬੜੀ ਸੋਹਣੀ ਗੱਲ ਸਮਝਾਉਂਦਾ ਹੈ, ਕਹਿੰਦਾ ਅਜੇ ਸਤਿਗੁਰ ਸਾਡੇ ਕੋਲ ਨੇ, ਸਰੀਰ ਕਰਕੇ ਸਮਾਂ ਵੀ ਸਾਡੇ ਕੋਲ ਹੀ ਹੈ।
अज जो गल करनी है हिक तान के सतगुरां दे सन्मुख कर लो, क्योंकि महाराज नाल कीते हुए बचनां दी ही सांझ पैनी है। वक्त बीत गया, सतगुर दी तन करके अलोप हो गए, किसी ने साडा हाल नहीं पुछना, इकल्ले बह के रोण वर्गे हाल बन जाणगे साडे, किसी ने दलासा देना नहीं। नहीं संदेह होए जिस भांत, सुनिया है गुरु बाग बख्यात। भाई सतगुरां दे नाल तुसीं जा करके वचन विलास करो, ऐसा समा आ जाए कि कलियां बह के रोना ना पवे, गुरु साहब नूं खो लईए आपां। अज बेनती कर लो महाराज सानू छड्ड के ना जाओ, अजे बड़ा कुछ हो सकदा, की पता सतगुर साडे ते तरस कर लैण, संगत दी बेनती प्रवान कर लैण। जे महाराज अंतर ध्यान हो गए, अलोप हो गए, साडा कोई चारा चलना नहीं। जथा करना अरदास अगारी, मिल सब होते मां भले विचारी। भाई गुरबख्श कहंदा मैं कल्ला की करा, मेरा कल्ले दा गुरु साहब अगे जोर की है। देखो राजा जय सिंह सवाई कहंदा जोर है तेरा, तो जिथे सिख गुरु अगे अरदास करे उथे गुरु भी झुक जांदा। आखो सतनाम, तू मर्यादा अनुसार गुरु साहब अगे अरदास ते कर, बेनती करके वेख लै। आप गुर बख्श भले समझायो, जिम इस समय कहन बन आयो। भाई गुरबख्श ने गल सुनी, राजा जय सिंह सवाई दी गल खूब जती है। कहंदा राजन गल ते तेरी ठीक है, कोशिश करने विच कोई हर्ज नहीं होंदा, भावे जित होवे भावे हार होवे, कोशिश करिया ते फर्क नहीं ना पड़ता। मैं कोशिश करदा मेरे नाल संगत चले, गल पल्ला पा के मैं पूर्ण मर्यादा अनुसार शरधा ते भावना दे नाल गुरां के अर्ज गुजारदा हां। कहरियो मत जिम सब हिन कीरा, कह बे हित अगेर सुप्रीरा। क्योंकि ये विचार मेरा कल्ले दा नहीं, सारी संगत दा इहदे विच भला है। जिथे संगत दा भला उथे संसार दा भला है। क्योंकि आने वाले हालात बड़े नाजुक हो जाएंगे, जे अज आपां अरदास ना कीती ते बड़े विघन पै जाणगे। भाई गुरबख्श ने संगतां नाल सलाह कीती, गुरमता एक बनाया, क्योंकि संगत विच कोई एक गुरसिख मोटी हुंदा है, जिहदे बहुत वड्डे भाग हुंदे ने, जिहनूं संगतां ड्यूटी दे देण ना सेवा दे देण मुखी होणगे, वो कर्मा वाला ही हुंदा है। भाई गुरबख्श दे नाल संगतां तुरियां, कहंदे तू अरदास करी ते असीं भी कर ला कर। हो सकदा है, लगदा है सानू सतगुर दी साडे ते दया कर लैण। भाई संग तिस के सिख सियाने, गुर मिर्जाद जी चहत महाने। उस वेले उठ करके सी ते बैठे गुरु के दरबार विच, पर सी पिछे बहुत दूर बैठे सी, आपसी विचारा करते ने, चर्चा करते ने, मन संघासन ते आराम कर रहे ने। भाई गुरबख्श सिखां नूं लैके राजा जय सिंह सवाई दे समेत गुरां दे करीब आ गया। आके सतगुर कीनस त्यारी, कुछ को आस तरना चित डारी। जदों सतगुरां दे कोल आके बैठे ते सहज सुभाव मत ने एक सिख नूं हुक्म कीता, ओ सिखा भाई साडे वास्ते कुछ कुशा लिया, दब लिया, सुक्का दा। बैठिया बैठिया कहते सिख सुक्का घा प्राणी लै आया, मर्द कहते हेठां विछा दिओ। निशानी कादी है? शरीर छड्डण दी है। भाई गुरबख्श संगतां ने इशारा कीता, ओ गुरमखा फिर बेनती करेगा जदों भाणा वापर गया, आखो सतनाम, अजे ते तेरी कोल समय क्यों वक्त संभालदा नहीं। दासन सो कह करवावे, सुनत विलोचन जल दृग छावे। हुण सतगुरां ने जिस वेले बचन आखिया कि कुशा दे आसे पासे पानी का छिड़काव कर दिओ, भूजे विछा दिओ, भाई गुरबख्श सिख तो रहना होया, भुख निकली वेख के सब कुछ कोई अखां दे सामने सजण प्यारा, पर लोक गमन की तैयारी करे, कौन बर्दाश्त कर सकता है। आपे तो बाहर हो गया, हाथ भी ना जुड़े, एकदम संगत विच भाई गुरबख्श खड़ा होया, कहंदा महाराज रुक जाओ, इधर नहीं कि प्यार है, जिथे प्यार होवे उत्थे जीवन बेबस हुंदा। तो सतनाम इन्ना बेबस हो के कहन लग्या, गरीब नवाज साडे वल भी वेख लो, असीं भी पास बैठे आ। भटका चार बिंदी तन करे,
ਤਬ ਗੁਰ ਬਖਸ਼ ਅਗਰ ਹੋਏ ਖਰੇ। ਤੇ ਉਸੇ ਵੇਲੇ ਭਾਈ ਗੁਰਬਖਸ਼ ਚੱਲ ਕੇ ਸਤਿਗੁਰਾਂ ਦੇ ਕੋਲ ਹੋਇਆ, ਦੋਨੇ ਹੱਥ ਜੋੜੇ, ਗਲ ਵਿੱਚ ਪੱਲਾ ਪਾ ਲਿਆ। ਆ ਪੱਲਾ ਸਿਰੋਂ ਪਾਉ, ਨਿਮਰਤਾ ਦੀ ਨਿਸ਼ਾਨੀ ਹੁੰਦੀ ਹੈ, ਐਕਟਿੰਗ ਦੀ ਨਿਸ਼ਾਨੀ ਨਹੀਂ ਹੁੰਦੀ, ਨਿਮਰਤਾ ਦੀ। ਗਲ ਵਿੱਚ ਸਿਰੋਂ ਪਾਉ ਪਾ ਕੇ ਦੋਨੇ ਹੱਥ ਜੋੜੇ, ਕਹਿੰਦਾ ਮਹਾਰਾਜ ਅੱਗੇ ਮੈਂ ਅਰਦਾਸ ਕਰਦਾ ਸੀ ਆਪਣੇ ਵੱਲੋਂ, ਅੱਜ ਮੇਰੀ ਬੇਨਤੀ ਸਮੂਹ ਸੰਗਤ ਵੱਲੋਂ ਹੈ। ਸਭ ਕੇ ਹਿਤ ਕੀ ਸ਼ੁਭ ਅਰਦਾਸ ਕਰੀ ਗੁਰੂ ਕੇ ਪਾਸ ਪ੍ਰਕਾਸ਼। ਹੁਣ ਅਰਦਾਸ ਕਰਨ ਲੱਗਿਆ, ਗੁਰੂ ਨਾਨਕ ਸਾਹਿਬ ਜੀ ਤੋਂ ਨਾਮ ਸ਼ੁਰੂ ਕੀਤਾ। ਸੰਗਤਾਂ ਨੇ ਕਿਹਾ ਸੀ ਨਾ ਪੂਰਨ ਗੁਰ ਮਰਿਆਦਾ ਅਨੁਸਾਰ ਗੁਰੂ ਸਾਹਿਬ ਅੱਗੇ ਅਰਦਾਸ ਕਰੀ ਤੇ ਮਰਦ ਤੇ ਆ ਬਚਨ ਜ਼ਰੂਰ ਮੰਨਣਗੇ। ਸਿੱਖਾਂ ਨੂੰ ਭਰੋਸਾ ਸੀ। ਕਹਿੰਦੇ ਭਾਈ ਗੁਰਬਖਸ਼ ਬੰਦਗੀ ਵਾਲਾ ਸਿੱਖ ਸੀ, ਉਹਨੇ ਬੜੀ ਭਾਵਨਾ ਦੇ ਨਾਲ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ। ਜਦੋਂ ਅਰਦਾਸ ਹੋਈ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਹੱਥ ਜੋੜੇ, ਨੇਤਰ ਬੰਦ ਕਰ ਲਏ। ਵੱਡੇ ਗੁਰੂ ਸਾਹਿਬ ਦਾ ਨਾਮ ਹੈ, ਜੋ ਸਤਿਕਾਰਯੋਗ ਨੇ, ਜਿਨ੍ਹਾਂ ਦੀ ਸਤਿਗੁਰ ਜੋਤ ਹਨ। ਪ੍ਰਥਮ ਲੀਏ ਸਭ ਗੁਰ ਕੇ ਨਾਮ ਜਿਨ ਕੋ ਸੁਜਸ ਜਗਤ ਵਿਰਾਮ। ਪਹਿਲੇ ਸਤਿਗੁਰਾਂ ਦਾ ਨਾਮ ਭਾਈ ਗੁਰਬਖਸ਼ ਨੇ ਲਿਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਤੱਕ ਅਰਦਾਸ ਕਰਕੇ ਫੇਰ ਬੇਨਤੀ ਕੀਤੀ। ਅੱਠਵੇਂ ਪਾਤਸ਼ਾਹ ਮੌਜੂਦਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਜੀਓ, ਆਪ ਜੀ ਦੇ ਚਰਨਾਂ ਪਾਸ ਸੰਗਤਾਂ ਬੇਬਲ ਹੋ ਕੇ ਅਰਦਾਸ ਕਰਦੀਆਂ। ਜਰਾ ਗੌਰ ਫਰਮਾਇਓ। ਸਭ ਸੰਗਤ ਕੀ ਵਿਨੈ ਸੁਨਿਜੈ ਬਿਰਦ ਕਿਰਪਾਲ ਕਿਰਪਾ ਨਿਜ ਕੀਜੈ। ਸਤਿਗੁਰ ਦੀ ਆਪ ਅੰਤਰਜਾਮੀ ਹੋ, ਸਭ ਦੇ ਦਿਲਾਂ ਦੀਆਂ ਜਾਣਦੇ ਹੋ, ਦੂਜੇ ਦੀਆਂ ਪੀੜਾਂ ਨੂੰ ਦੁੱਖਾਂ ਨੂੰ ਹਰਨ ਵਾਲੇ ਹੋ। ਸਾਡੀ ਇੱਕ ਪੀੜ ਹਰਦੇ ਹੋ, ਸਾਡਾ ਇੱਕ ਦੁੱਖ ਕੱਟਦੇ ਹੋ। ਸਭ ਤਮ ਸਤਿਗੁਰ ਸ਼੍ਰੀ ਹਰਿ ਰਾਏ ਸੁਤ ਤਜ ਬੜੋ ਨਾ ਉਚਿਤ ਲਖਾਏ। ਪਾਤਸ਼ਾਹ ਜੀ, ਆਪ ਜੀ ਦੇ ਪਿਤਾ ਸਤਿਗੁਰੂ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਦਿੱਤੀ, ਗੁਰਤਾ ਗੱਦੀ ਦੇਣ ਤੋਂ ਪਹਿਲਾਂ ਆਪ ਜੀ ਨੂੰ ਵੀ ਪਰਖਿਆ ਤੇ ਆਪ ਜੀ ਦੇ ਵੱਡੇ ਭਰਾਤਾ ਦੀ ਵੀ ਪਰਖ ਕੀਤੀ। ਵੱਡੇ ਭਰਾ ਕਸਬੱਟੀ ਵਿੱਚੋਂ ਫੇਲ ਹੋ ਗਏ। ਆਪਨੇ ਬਦਨ ਲਗਾਏ ਵ ਨਹੀਂ ਗੁਰਤਾ ਦੇਨੀ ਤੋ ਕਿਤ ਰਹੀ। ਤੇ ਗੁਰਤਾ ਗੱਦੀ ਰਾਮ ਰਾਏ ਜੀ ਨੂੰ ਦੇਣੀ ਤੇ ਬੜੀ ਦੂਰ ਦੀ ਗੱਲ। ਜਦੋਂ ਰਾਮ ਰਾਏ ਨੇ ਗੁਰੂ ਘਰ ਦਾ ਸਤਿਕਾਰ ਨਾ ਕੀਤਾ ਤੇ ਸਤਿਗੁਰਾਂ ਨੇ ਮੱਥੇ ਵੀ ਨਹੀਂ ਲਾਇਆ। ਗੁਰੂ ਘਰ ਦੇ ਵਿੱਚ ਖੜਨ ਦੇ ਲਾਇਕ ਨਹੀਂ ਜਾਣਿਆ। ਉਹ ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਨਰਾਦਰ ਕੀਤਾ, ਬੇਅਦਬੀ ਕੀਤੀ, ਉਹ ਸਿੱਖ ਹੋ ਸਕਦਾ ਹੈ? ਸੱਚੇ ਪਾਤਸ਼ਾਹ ਜੀ, ਇਹ ਬਹੁਤ ਵੱਡੀ ਕਸਬੱਟੀ ਸੀ। ਆਪ ਜੀ ਕਸਬੱਟੀ ਚੋਂ ਖਰੇ ਉਤਰੇ, ਸ਼ਰਧਾ ਨਾਲ ਬਾਣੀ ਪੜ੍ਹਦੇ ਸੀ ਤੇ ਮਰਦ ਉਹ ਪੜ੍ਹਦਾ ਜ਼ਰੂਰ ਸੀ ਪਰ ਬਾਣੀ ਦੇ ਗਲ ਤੱਕ ਸੀ, ਅੰਦਰ ਨਹੀਂ ਸੀ ਜਾਂਦੀ। ਬਾਬਾ ਰਾਮ ਰਾਏ ਗੁਰੂ ਘਰ ਤੋਂ ਤਿਆਗੇ ਗਏ, ਗੁਰੂ ਘਰ ਤੋਂ ਦੂਰ ਹੋ ਗਏ। ਤੁਮ ਕੋ ਨਿਜ ਅਸਥਾਨ ਬਿਠਾਈ ਸਭ ਵਿਦ ਉਚਿਤ ਜਾਨ ਹਰ ਖਾਏ। ਆਪ ਜੀਆਂ ਨੂੰ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਸਭ ਵਿਦ ਹਰ ਪ੍ਰਕਾਰ ਜੋਗ ਜਾਣ ਕੇ ਗੁਰਤਾ ਗੱਦੀ ਦੇ ਤੇ ਆਪਣਾ ਰੂਪ ਬਣਾ ਲਿਆ। ਸਿੱਖਾਂ ਦਾ ਤਰੀਕਾ ਵੇਖ ਲੋ ਕਿੰਨਾ ਸੋਹਣਾ ਹੈ। ਗੱਲ ਕਰ ਰਹੇ ਨੇ ਬੜੀ ਦਲੀਲ ਦੇ ਨਾਲ। ਗੱਲ ਕਿਤੇ ਕੋਰਟ ਕਚਹਿਰੀ ਵਿੱਚ ਵੀ ਦਲੀਲ ਨਾਲ ਹੋਵੇ, ਬੰਦਾ ਬਰੀ ਹੋ ਜਾਂਦਾ। ਆਖੋ ਸਤਨਾਮ, ਗੱਲ ਤੇ ਦਲੀਲ ਤੇ ਖੜੀ। ਸਿੱਖਾਂ ਨੇ ਇੰਨੀਆਂ ਸੋਹਣੀਆਂ ਦਲੀਲਾਂ ਗੁਰੂ ਸਾਹਿਬ ਦੇ ਸਨਮੁਖ ਦਿੱਤੀਆਂ। ਮਹਾਰਾਜ, ਉਸ ਦਿਨ ਤੋਂ ਅੱਜ ਤੱਕ ਆਪ ਜੀ ਗੁਰਤਾ ਗੱਦੀ ਦੀ ਸ਼ਾਨ ਵਧਾ ਰਹੇ ਹੋ। ਲੱਖਾਂ ਸੰਗਤਾਂ ਨੂੰ ਤਾਰਿਆ ਏ। ਤਿਕ ਮਾਸ ਜੁਗ ਸੰਮਤ ਬੀਤੇ ਜਬ ਕੇ ਜਗਤ ਗੁਰੂ ਤੁਮ ਕੀਤੇ। ਸਤਿਗੁਰ ਜੀ, ਸਿਰਫ 2 ਸਾਲ 5 ਮਹੀਨੇ, ਅੱਜ 20 ਦਿਨ ਹੋ ਗਏ ਤੁਸੀਂ ਗੁਰਤਾ ਗੱਦੀ ਤੇ ਬੈਠੇ। ਜਿਸ ਦਿਨ ਤੋਂ ਬੈਠੇ ਹੋ ਸਾਡਾ ਜੀਵਨ ਆਨੰਦ ਨਾਲ ਭਰ ਗਿਆ, ਸੁੱਖਾਂ ਨਾਲ ਭਰ ਗਿਆ। ਸਾਨੂੰ ਤੇ ਦੁਨੀਆ ਦਾ ਦੁੱਖ ਵੀ ਪਾਉਂਦਾ ਨਹੀਂ ਸੀ। ਸੰਸਾਰ ਦੇ ਦੁੱਖ ਗਮ ਕਦੇ ਚੇਤੇ ਆਏ ਨਾ। ਆਪ ਕੀ ਸੰਗਤ ਸਰਬ ਸਮਾਧੀ ਸਿੱਖੀ ਰੀਤ ਭਲੇ ਪ੍ਰਤਪਾਲੀ। ਗੁਰਤਾ ਗੱਦੀ ਤੇ ਬੈਠਣ ਸਾਰ ਆਪ ਜੀਆਂ ਨੇ ਉਸੇ ਤਰ੍ਹਾਂ ਹੀ ਇਹਨਾਂ ਸੰਗਤਾਂ ਨੂੰ ਸੰਭਾਲ ਲਿਆ। ਇੱਕ ਵਾਰ ਤੇ ਸੰਗਤਾਂ ਬੇਵਸ ਹੋਈਆਂ ਸੀ ਜਦੋਂ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਸਰੀਰ ਦਾ ਪਰਿਤਿਆਗ ਕੀਤਾ ਸੀ। ਲੱਖਾਂ ਕਰੋੜਾਂ ਦੇ ਰੂਪ ਵਿੱਚ ਸੰਗਤਾਂ ਰੋਈਆਂ, ਪਰ ਸਾਡਾ ਸਹਾਰਾ ਕੌਣ ਹੈ? ਗੁਰੂ ਹਰਿਰਾਏ ਪਾਤਸ਼ਾਹ ਨੇ ਕਿਹਾ ਸਾਡੇ ਸਰੂਪ ਨੇ, ਸਾਨੂੰ ਇੱਧਰ ਵੇਖ ਲਿਓ। ਆਖੋ ਸਤਨਾਮ, ਅਸੀਂ 8ਵੇਂ ਰੂਪ ਵਿੱਚ ਵਰਤਾਂਗੇ। ਮਹਾਰਾਜ, ਤੁਸੀਂ ਤੇ ਬੜੀ ਛੇਤੀ ਜੋਜ ਵਰਤਾ ਦਿੱਤੇ। 2-2.5 ਸਾਲ ਵਿੱਚ ਆਪ ਜੀ ਸਾਨੂੰ ਵਿਛੋੜਾ ਦੇਣ ਲੱਗੇ ਹੋ। ਜਗਤ ਭਏ ਅਬ ਅੰਤਰ ਧਿਆਨ
ਨਹੀਂ ਬਿਠਾਇਓ ਕੋ ਨਿਜ ਤੇ ਥਾਨ। ਤੁਸੀਂ ਅੱਜ ਫੈਸਲਾ ਮਰਦ ਲੈ ਲਿਆ ਅੰਤਰ ਧਿਆਨ ਹੋਣ ਦਾ, ਇਹ ਸੰਗਤ ਦਾ ਫੈਸਲਾ ਤੇ ਹੈ ਨਹੀਂ। ਪ੍ਰੇਮ ਦੀਆਂ ਗੱਲਾਂ ਸਾਰੀਆਂ ਇਹ ਮਰਦ ਤੁਹਾਡਾ ਆਪਣਾ ਫੈਸਲਾ ਨਹੀਂ ਜੀ। ਤੁਸੀਂ ਕਹਿ ਰਹੇ ਹੋ ਅਸੀਂ ਸਰੀਰ ਛੱਡਣਾ ਹੈ, ਪਰ ਸਤਿਗੁਰੂ ਜੀ ਤੁਸੀਂ ਕੋਈ ਪੁੱਤਰ ਅਧਿਕਾਰੀ ਨਹੀਂ ਬਣਾਇਆ। ਪੁਰਤਾ ਗੱਦੀ ਕਿਸੇ ਨੂੰ ਅਜੇ ਤੱਕ ਦਿੱਤੀ ਨਹੀਂ। ਆਪ ਸਭ ਸੰਗਤ ਮਿਲੀ ਬਸੂਰਤ, ਨੈਣ ਬਿਲੋ ਕਹਿਗੇ ਤੁਮ ਮੂਰਤ। ਅਰਦਾਸ ਕਰਦਾ ਭਾਈ ਗੁਰਬਖਸ਼ ਰੋਵੇ, ਕਹਿੰਦਾ ਮਰਦ ਸਾਡੇ ਮਿੱਤਰਾਂ ਨੂੰ ਵੇਖੋ ਪਹਿਲਾਂ। ਝੜੀਆਂ ਲੱਗੀਆਂ ਸਾਰੀ ਸੰਗਤ ਦੀਆਂ ਅੱਖਾਂ ਚ ਹੰਝੂਆਂ ਦੀਆਂ। ਮਰਦ ਅੱਜ ਤੁਹਾਡੇ ਸਨਮੁਖ ਖੜੇ ਝੂਰ ਰਹੇ ਆ, ਰੋ ਰਹੇ ਆ, ਪਛਤਾ ਰਹੇ ਆ। ਅੱਜ ਤੇ ਸਾਨੂੰ ਹੌਸਲਾ, ਤੁਸੀਂ ਅੱਖਾਂ ਦੇ ਸਾਹਮਣੇ ਬੈਠੇ ਹੋ। ਜਦੋਂ ਸਰੀਰ ਛੱਡ ਕੇ ਅਲੋਪ ਹੋ ਜਾਓਗੇ ਕਿਹਦੇ ਗਲ ਲੱਗ ਕੇ ਰੋਵਾਂਗੇ? ਆਖੋ ਸਤਨਾਮ। ਕਹਿੰਦੇ ਜਦੋਂ ਇਹ ਬਚਨ ਭਾਈ ਗੁਰਬਖਸ਼ ਨੇ ਆਖਿਆ ਤੇ ਸੰਗਤਾਂ ਤੋਂ ਰੋਣਾ ਕੰਟਰੋਲ ਨਾ ਹੋਇਆ। ਇੰਨਾ ਵਿਰਾਗ ਹੋਇਆ, ਬਸ ਨੇਤਰਾਂ ਚੋਂ ਅਥਰੂ ਡਿੱਗਦੇ ਨੇ, ਕੁਝ ਵੀ ਸਮਝ ਨਹੀਂ ਆਉਂਦਾ। ਬਸ ਗਮ ਵਿੱਚ ਭਿੱਜੇ ਹੋਏ ਨੇ, ਮਰਦ ਛੱਡ ਜਾਣਗੇ, ਵਿਛੋੜਾ ਦੇ ਜਾਣਗੇ, ਆਪਣਾ ਆਪ ਕੋਈ ਸੰਭਾਲਦਾ ਨਹੀਂ। ਰਾਵਣ ਨੇ ਕਿਸ ਕੇ ਲੜ ਲਾਈ, ਰੀਤ ਪ੍ਰਥਮ ਗੁਰੂ ਅਨਚਲ ਆਈ। ਮਹਾਰਾਜ ਹੁਣ ਸੰਗਤ ਬੇਨਤੀ ਕਰਦੀ ਹੈ, ਰੀਤ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੋਂ ਜਿਉਂਦੀ ਤਿਉਂ ਚੱਲੀ ਆਉਂਦੀ, ਪਰ ਸਾਡਾ ਸਵਾਲ ਵੀ ਤੁਸੀਂ ਇਹ ਸੰਗਤਾਂ ਨੂੰ ਛੱਡ ਕੇ ਕਿਉਂ ਚੱਲੇ? ਪਹਿਲਾ ਸਵਾਲ ਹੈ, ਕਿਉਂ ਛੱਡ ਕੇ ਚੱਲੇ ਏਡੀ ਛੇਤੀ? ਜੇ ਛੱਡ ਕੇ ਚੱਲੇ ਹੋ ਤੇ ਕਿਹਦਾ ਪੱਲਾ ਫੜਾ ਕੇ ਚੱਲੇ ਹੋ? ਆਖੋ ਸਤਨਾਮ। ਮਰਦ ਇਦਾਂ ਦਾ ਵਿਛੋੜਾ ਤਾਂ ਨਾ ਸਾਨੂੰ ਦੋ। ਅਸੀਂ ਕਮਲੇ ਹੋ ਕੇ, ਬੁਝਦਿਲ ਹੋ ਕੇ, ਭਟਕ ਕੇ ਮਰ ਜਾਈਏ। ਸਾਡਾ ਕੋਈ ਸਹਾਰਾ ਹੀ ਨਾ ਹੋਵੇ, ਸਾਨੂੰ ਕੋਈ ਪੁੱਛੇ ਤੁਹਾਡਾ ਗੁਰੂ ਕੌਣ ਹੈ, ਅਸੀਂ ਚੁੱਪ ਹੋ ਜਾਈਏ, ਸਾਨੂੰ ਜਵਾਬ ਹੀ ਨਾ ਮਿਲੇ ਕਿ ਸਾਡੇ ਸਤਿਗੁਰੂ ਤੇ ਕਿਸੇ ਨੂੰ ਬਿਠਾ ਕੇ ਨਹੀਂ ਗਏ ਕਰਦੇ। ਸਤਿਗੁਰੂ ਜੀ ਤਰਸਯੋਗ ਹਾਲਤ ਸੰਗਤਾਂ ਦੀ ਹੋ ਜਾਏਗੀ। ਕਰੋ ਆਪ ਦੀ ਦਿਨੋਂ ਸਮਾਨ, ਜਿਸ ਤੇ ਸਿੱਖੀ ਰਹਿ ਜਹਾਨ। ਉਹ ਆਪ ਮਰਜ਼ੀ ਦੇ ਮਾਲਕ, ਸ੍ਰਿਸ਼ਟੀ ਤੁਹਾਡੀ ਹੈ, ਪਰ ਸੰਗਤਾਂ ਦੀ ਤੇ ਬੇਨਤੀ ਹੈ ਵੀ ਸਾਡਾ ਤੁਹਾਡੇ ਅੱਗੇ ਜ਼ੋਰ ਕੋਈ ਨਹੀਂ। ਤੁਸੀਂ ਅੰਤਰ ਧਿਆਨ ਹੋਣਾ, ਸੱਚਖੰਡ ਜਾਣਾ ਅਸੀਂ ਰੋਕ ਤੇ ਸਕਦੇ ਨਹੀਂ। ਜੇ ਤੁਸੀਂ ਜਾਣਾ ਚਾਹੁੰਦੇ ਹੋ ਮਰਦ, ਫਿਰ ਸਾਨੂੰ ਕਿਸੇ ਦੇ ਲੜਦੇ ਲਾ ਜਾਓ, ਕਿਸੇ ਨੂੰ ਗੁਰਤਾ ਗੱਦੀ ਤੇ ਬਿਠਾ ਦਿਓ, ਜਿਨ੍ਹਾਂ ਨੂੰ ਵੇਖ ਅਸੀਂ ਜੀਵਨ ਕੱਟ ਲਈਏ। ਜੇ ਨਾ ਕਰੋਗੇ ਪੂਰਬ ਰੀਤ, ਜਾਨੀ ਪਰ ਐਸੋ ਹੋਏ ਵਿਪਰੀਤ। ਜੇ ਸਤਿਗੁਰ ਦੀ ਆਪ ਦੀਆਂ ਤੇ ਪਹਿਲੇ ਸਤਿਗੁਰਾਂ ਵਾਲੀ ਰੀਤ ਮਰਿਆਦਾ ਨਾ ਦੁਹਰਾਈ ਤੇ ਪ੍ਰੇਮ ਦੇ ਬਚਨ ਨਹੀਂ, ਵਰਨਾ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਗੁਰੂ ਸਾਹਿਬ ਅੱਗੇ ਕੋਈ ਬੋਲੇ। ਜਿੱਥੇ ਪਿਆਰ ਹੋਵੇ ਉੱਥੇ ਸਾਰੇ ਹੱਕ ਹੁੰਦੇ ਨੇ। ਦਸ਼ਮੇਸ਼ ਪਹਿਲਾਂ ਨੇ ਉੱਥੇ ਕਹਿ ਦਿੱਤਾ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹੀ ਰੀਤ ਚੱਲੀ ਆ ਰਹੀ ਹੈ। ਸਿੱਖ ਨੂੰ ਵੀ ਇੰਨੇ ਅਧਿਕਾਰ ਨੇ, ਗੁਰੂ ਸਾਹਮਣੇ ਸਵਾਲ ਕਰ ਸਕਦਾ, ਪਰ ਹੋਵੇ ਸ਼ਰਧਾ ਵਾਲਾ। ਸਿੱਖ ਕਹਿੰਦੇ ਮਹਾਰਾਜ ਗੁਰਤਾ ਗੱਦੀ ਤੇ ਕੋਈ ਬੈਠਾ ਹੋਵੇ, ਆਪ ਜੀ ਦਾ ਸਰੂਪ ਤੇ ਸੰਗਤਾਂ ਜੁੜ ਕੇ ਜੀਵਨ ਬਸਰ ਕਰ ਲੈਣਾ। ਜੇ ਗੁਰਤਾ ਗੱਦੀ ਤੇ ਕੋਈ ਨਾ ਹੋਇਆ, ਕਿਹਦੇ ਕੋਲ ਜਾਵਾਂਗੇ? ਲੋਕੀ ਤਾਨੇ ਮਾਰਨਗੇ। ਚਲ ਜਾਏਗੀ ਸੰਗਤ ਸਾਰੀ, ਕੇ ਚਿਤ ਹੋਏ ਮੇਣਨ ਅਨੁਸਾਰੀ। ਸਾਰੀ ਸੰਗਤ ਬਿਖਰ ਜਾਏਗੀ। ਅੱਜ ਤੇ ਜੁੜੀ ਹੋਈ ਹੈ, ਆਪ ਸੰਗਤ ਕੁਝ ਮੀਣੇ ਲੈ ਜਾਣਗੇ। ਮੀਣੇ ਕੌਣ ਨੇ? ਪ੍ਰਿਥੀ ਚੰਦੀਏ, ਜਿਹੜੇ ਗੁਰੂ ਘਰ ਦੇ ਨਾਲ ਅੰਦਰੋਂ ਮਿੱਠੇ ਸੀ, ਉੱਤੋਂ ਮਿੱਠੇ ਨੇ, ਅੰਦਰੋਂ ਮੀਣ ਪੰਥੀ ਸੀ, ਜਿਨ੍ਹਾਂ ਨੂੰ ਮੀਣੇ ਕਿਹਾ। ਮਰਜਤੀ ਸੰਗਤ ਉਧਰ ਚਲੇ ਜਾਏ। ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਹੁਤ ਹੁੰਦੇ ਨੇ, ਲੁੱਟਣ ਵਾਲੇ ਬਣੇ ਨੇ। ਧਰਮ ਦੇ ਨਾਮ ਤੇ ਹਰ ਬੰਦਾ ਜਜ਼ਬਾਤੀ ਹੋ ਕੇ ਹਰੇਕ ਨਾਲ ਜੁੜ ਜਾਂਦਾ। ਸੱਚੇ ਪਾਤਸ਼ਾਹ ਸੰਗਤਾਂ ਵਿੱਚ ਬਖੇਰਾ ਪੈ ਜਾਏਗਾ। ਧੀਰ ਮਲ ਕੋ ਮਨ ਹੈ ਕੋਈ, ਕੋ ਸਿੱਖ ਰਾਮ ਰਾਏ ਕੋ ਹੋਈ। ਦੇਖੋ ਜੀ, ਕੁਝ ਤੇ ਰਾਮ ਰਾਏ ਜੋਰ ਪਾਏਗਾ। ਦਿੱਲੀ 'ਚ ਬੈਠਾ ਹੈ, ਉਹਨੇ ਕਿਹੜਾ ਗੁਰਤਾ ਗੱਦੀ ਤੇ ਜੇ ਮੈਂ ਵਾਰਸਾ ਮਾਹੀ ਦੇ ਵਰਗ ਨੇ ਦਿੱਤੀ ਨਹੀਂ ਕਿਸੇ ਨੂੰ। ਨਹੀਂ ਗੁਰਤਾ ਗੱਦੀ ਨਹੀਂ ਨਾ ਦਿੱਤੀ ਕਿਸੇ, ਮੈਂ ਬੈਠਾ। ਅੱਧੀ ਸੰਗਤ ਨੇ ਉਹਦੇ ਪਿੱਛੇ ਲੱਗ ਜਾਣਾ। ਉਹ ਕਰਾਮਾਤੀ ਹੈ। ਜਦੋਂ ਸੰਗਤਾਂ ਨੂੰ ਮਿਲਣਾ ਸਹਾਰਾ ਕੋਈ ਤੇ ਬੇਸਹਾਰੇ ਤੇ ਕਿਤੇ ਜਾਣਾ ਹੀ ਆ, ਚਲੇ ਜਾਣਗੇ। ਕੁਝ ਸਿੱਖ ਨਹੀਂ ਵੀ ਜਾਣਗੇ, ਉਹ ਇਕੱਲੇ ਬਹਿ ਕੇ ਰੋਣਗੇ ਯਾਦ ਕਰਕੇ ਕਿ ਸਤਿਗੁਰੂ ਜੀ ਅੱਧਿਆਂ ਨੂੰ ਸਾਂਭ ਲੈਣਾ। ਧੀਰਵਾਦ ਨੇ ਏਜੰਟਾਂ ਦਾ ਜੋਰ ਚੱਲੇਗਾ। ਚੇਲੇ ਬਾੜ ਕੇ ਪਸੰਦ ਆਉਣਗੇ ਕਿ ਸਾਡੇ ਗੁਰੂ ਕੋਲ ਆਓਏ ਪੂਰੇ ਨੇ। ਮਹਾਰਾਜ ਫਿਰ ਸੰਗਤਾਂ ਨੂੰ ਸਹਾਰਾ ਕੌਣ ਦੇਗਾ? ਸਭ ਬਿਖਰ ਜਾਣਗੀਆਂ। ਇਸੇ ਆਦਿਕ ਸੋਢੀ ਜੇ ਔਰ ਲੈ ਬਿਰਮਾਏ ਆਪਣੀ ਔਰ। ਤੇ ਫੇਰ ਸਤਿਗੁਰੂ ਜੀ ਕਿੰਨੇ ਸੋਢੀ ਨੇ, ਉਹਨਾਂ ਨੇ ਕਦੇ ਲਾ ਕੇ ਬਹਿ ਜਾਣਾ ਵੀ ਗੁਰੂ ਤੇ ਅਸੀਂ ਆ।
गुरु हरकृष्ण पातशाह जी ने किहड़ा किसी का नाम लिया भी गुरता गति ते बुलाना बैठा पईयां फिर कहते अपना अपना प्रभाव पा के संगतां लुटणगे लुट खसुट होएगी बिन गुर संगत हवै थिर कोई ना यथा नृपत बिन सेना होए ना जिवें कि राजे तो बगैर सेना ते फौज भावें करोड़ां दी गिणती विच होवे ਉਹ अर्थहीन हुंदी है कमांडर ही नहीं कोई कमांड ही नहीं मिलती किसी की जितना की हारना की सतगुरु जी गुरु बिना संगत का यही हाल है गुरु बिना कुछ भी नहीं गुर बिन घोर अंधार गुरु बिन समझना है जिन्नी देर जीवन विच गुरु है मनुख नूं समझ है क्योंकि गुरु समझा रहे गुरु बिना जीवन घोर अंधेरा हुंदा है सतगुरु की संगतां अंधकार दे हनेरी विच चलियां जाणगियां किसी ने किते जुड़ जाना है किसी ने किते जुड़ जाना है पर शांति कितों मिलनी नहीं रहे न जब गादी को मालक धन हित अपर बने तत्कालक क्योंकि आप जी की गुरता गति ते दुनिया नूं तारन वास्ते आ बाकी ਜਿਹੜੀਆਂ गद्दियां होणगीਆਂ ਉਹ पैसा कमाउण वास्ते ने आखो सतनाम ਅੱਜ ਦੇ ਸਮੇਂ दुनिया के जो बिजनेस फेल हो जाए लोगों को पता है आ बिजनेस बहुत वधिया भावे पाठ आवे ना आवे संख्या नहीं ना नहीं मैं ते पाठी आ जी ਜਿਹੜਾ ਮਰਜ਼ੀ ਪਾਠ ਕਰਾ ਲਓ ਮੂੰਹ ਬੰਨੇ ਜਰਾਬਾਂ ਪਾਈਆਂ ਪੈਂਟ ਪਾਈ ਫਿਰਦਾ ਹੈ ਕਿ ਮੈਂ ਗ੍ਰੰਥੀ ਸਿੰਘ ਗ੍ਰੰਥੀ ਬਣਨੇ ਤੇ ਪਾਠੀ ਬਣਨ ਦੇ ਘਰ ਬਹੁਤ ਦੂਰ ਨੇ ਆ ਕਿਤੇ ਪ੍ਰਾਈਵੇਟ ਨੌਕਰੀ ਵੀ ਲੱਗਣਾ ਹੋਵੇ ਲੋਕੀ ਪੁੱਛਦੇ ਨੇ ਸਟੱਡੀ ਕੀ ਹੈ ਜੀ ਐਜੂਕੇਸ਼ਨ ਕਿੰਨੀ ਹੈ फिर टेस्ट लैणगे पास हो गया रख लैणगे फेल है कोई गल नहीं चल करे पर धर्म दे विच लोकां धंधा बनाया कोई पाठ दा टेस्ट नहीं लैंदा भी किन्ना विशुद्ध करदे कोई जीवन नहीं देखदा जिहने वेखिया कुर्ता पजामा पाया नीली पग बन्नी मैं भी पाठी मेरे को भी करा लो पाठ आखो सतनाम बिजनेस है गुरमुख धर्म को बिजनेस नहीं बनाई धर्म के अंदर दी शांति देने वाला सिख कह रहे ने गुरु जी ਇੱਥੇ ਲੋਕਾਂ ਨੇ ਧੰਦਾ ਬਣਾ ਲੈਣਾ ਗੁਰਤਾ ਗੱਦੀ ਲਾ ਕੇ ਹਰ ਕੋਈ ਬਹਿ ਜੂ ਪੱਲੇ ਹੋਣਾ ਕੁਛ ਨਹੀਂ ਸੰਗਤਾਂ ਤੋਂ ਮਾਇਆ ਲੁੱਟਣੀ ਹੈ ਸ਼ਰਤਾਂ ਦਾ ਖਿਲਵਾੜ ਹੋਏਗਾ ਸ਼ਕਤ ਹੀਨ ਜੇ ਹੋਏ ਗੁਰ ਔਰਾ ਆਪਸ ਵਿਖੇ ਪਾਏ ਬਟਰੌਰਾ ਜਦੋਂ ਹੋਣਗੇ ਸ਼ਕਤੀਹੀਣ ਤੇ ਫਿਰ ਆਪਸੀ ਰੌਲਾ ਪਾਉਣਗੇ ਨਾ ਰੌਲਾ ਕੌਣ ਪਾਉਂਦਾ ਹੁੰਦਾ ਜਿਹਦੇ ਪੱਲੇ ਕੱਖ ਨਹੀਂ ਹੁੰਦਾ ਆਖੋ ਸਤਨਾਮ ਇਹ ਸੰਗਤਾਂ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ बाबे बंगाली की धरती पे आही कुछ होना है बस कथा शुरू होने वाली है छेती तो बेनती करते ने महाराज इत्थे फिर मंडी वाला हाल होना भी मेरी चीज की क्वालिटी वधिया ते मैं सस्ती दे रहा इधर रेट डाउन इधर आ जाना आई चलता ना जी फलाना गुरु है जी वो नहीं रोकदा पैर च जुत्ती पा के रोटी खा लो सिर ढको ना ढको कोई फर्क नहीं साडे वाले बनो ना बनो बस साडी गल मन्नी चलो भेडा वांगू आई चलो काम ठीक है तार दिया आ बिजनेस अज चलता ना अज का कच्चा गुरु नाम जपे ना जपन देवे किसी बस नाम का धंधा बनाया हुआ पर सच्चे सतगुर माया तो दूर ने माया तो निर्लेप ने इसे करके संगतां बार बार तरले लैंदियां ने सियाने समझे हैं तब हट जाए इम गुर सिखी जग है बिलाई सतगुर जी जेड़े ते सियाणे सिख होणगे ओ नहीं किसे कोल जाणगे पर दुखी दे होणगे ना एक मनुख धर्म नाल जुड़िया ਉਹਨੂੰ ਗੁਰੂ ਪੀਰ ਕੋਈ ਨਹੀਂ ਮਿਲਦਾ ਸਾਰਿਆਂ ਦਾ ਸਤਿਕਾਰ ਕਰੀ ਜਾਂਦਾ ਪਰ ਉਹ ਅੰਦਰੋਂ ਦੁਖੀ ਹੈ ਕਹਿੰਦਾ ਮੈਂ ਹੈ ਹੀ ਨਹੀਂ ਕਿਸੇ ਦਾ ਨਾ ਕੋਈ ਮੇਰਾ ਨਾ ਮੈਨੂੰ ਕਿਸੇ ਨੇ ਆਪਣਾ ਬਣਾਇਆ ਗੁਰੂ ਜੀ ਜਦੋਂ ਆਪ ਸਰੀਰ ਛੱਡ ਜਾਓਗੇ ਗੁਰਤਾ ਗੱਦੀ ਤੇ ਕੋਈ ਨਹੀਂ ਹੋਏਗਾ तो सिख बेबल होणगे ਅਸੀਂ ਕਿਹਦੇ ਕੋਲ ਜਾਈਏ ਕਿਹਦੇ ਨਾਲ ਬਚਨ ਬਲਾਸ ਕਰੀਏ ਤੇਰੇ ਨਾਨਕ ਤੇ ਆਦਿਕ ਭਏ ਜਗ ਮਹਿ ਸਿੱਖੀ ਕੋ ਤਿਟ ਗਏ ਵੇਖੋ ਜੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਛਿੱਟਾ ਦਿੱਤਾ ਨਾਮ ਦਾ ਪੁੱਤਰਾਂ ਦੀ ਪਰਖ ਕੀਤੀ ਪੁੱਤਰਾਂ ਨੂੰ ਸਤਿਗੁਰਾਂ ਗੱਦੀ ਦੇ ਲੋਕ ਨਹੀਂ ਜਾਣੇ ਆਪਣੇ ਸੇਵਕ ਨੂੰ ਗੁਰਤਾ ਗੱਦੀ ਦੇ ਸਤਿਗੁਰ ਜੀ ਆਪ ਜੀ ਦੀ ਉਮਰ ਬੜੀ ਛੋਟੀ ਹੰਢਾਈ ਹੈ ਸੰਸਾਰੀ ਤੌਰ ਤੇ ਅਜੇ ਆਨੰਦ ਕਾਰਜ ਵੀ ਨਹੀਂ ਹੋਇਆ 7.5-8 ਸਾਲ ਦੀ ਉਮਰ ਤੁਹਾਡੀ ਹੈ ਘਰ 'ਚ ਕੋਈ ਪਰਿਵਾਰ ਵਿੱਚ ਬੱਚਾ ਨਹੀਂ ਹੈ ਗਰੀਬਨਵਾਦ ਕਿਸੇ ਸਿੱਖ ਦੇ ਵੀ ਕਸਵੱਟੀ ਨਹੀਂ ਲਾਈ ਚਲੋ ਜੋ ਵੀ ਹੋਇਆ ਤੁਹਾਡੀ ਮੌਜ ਹੈ ਪਰ ਸਾਨੂੰ ਜਾਂਦੇ ਜਾਂਦੇ ਕਿਸੇ ਦੇ ਲੜ ਤੇ ਲਾ ਦਿਓ ਕੁੜਤੇ ਹੌਸਲਾ ਤੁਸੀਂ ਸਨਮੁਖ ਬੈਠੇ ਹੋ ਜਦੋਂ ਸਰੀਰ ਅਲੋਪ ਕਰ ਲਿਆ ਕਿਹਦੇ ਸਹਾਰੇ ਜੀਵਾਂਗੇ ਸੋ ਨਹਿ ਬਿਦ ਸੇ ਜਿਮ ਜਗ ਮਾਹੀ
ਉਚਿਤ ਕਰਨ ਕੇ ਹੋ ਵਿਦ ਨਾਹੀ। ਆਪ ਸਭ ਕੁਝ ਕਰ ਸਕਦੇ ਹੋ, ਐਸਾ ਕੁਝ ਦੁਨੀਆ ਤੇ ਨਹੀਂ ਜੋ ਮਰਜ਼ੀ ਤੁਸੀਂ ਨਾ ਕਰ ਸਕਦੇ ਹੋ। ਸਾਡੀ ਤੇ ਇਹ ਮਿਹਨਤ ਹੈ, ਸਾਡਾ ਇਹ ਤਰਲ ਹੈ। ਜਦੋਂ ਭਾਈ ਗੁਰਬਖਸ਼ ਨੇ ਬੇਨਤੀ ਕੀਤੀ ਨਾ ਸ਼ਰਧਾ 'ਚ ਭਿੱਜ ਕੇ, ਸੰਗਤਾਂ ਵੀ ਰੋਈਆਂ, ਸਭ ਦੇ ਹੱਥ ਜੁੜੇ ਹੋਏ ਨੇ। ਮਰਦ ਨੇ ਨੇਤਰ ਭਰ ਕੇ ਵੇਖਿਆ, ਜਿੱਥੋਂ ਤੱਕ ਵੇਖਦੇ ਅੱਖਾਂ ਦੀ ਪਹੁੰਚ ਹੈ, ਸੰਗਤ ਤੇ ਸੰਗਤ ਬੈਠੀ ਹੈ। ਸਭ ਬੈਰਾਗੀ ਹਨ, ਨਾਹੀਂ ਤਾਂ ਡੋਲ ਜਾਏਗੀ ਸੰਗਤ, ਬੈਠਣ ਲਗੇ ਅਪਰ ਕੀ ਪੰਗਤ। ਗੁਰੂ ਜੀ ਜਦੋਂ ਤੱਕ ਮਾਲੀ ਬਾਗ ਵਿੱਚ ਹੋਵੇ ਵੀ ਉੱਥੇ ਫੁੱਲ ਵੀ ਹੁੰਦੇ ਤੇ ਬਹਾਰਾਂ ਵੀ ਹੁੰਦੀਆਂ। ਆਖੋ ਸਤਿਨਾਮ। ਮਾਲੀ ਬਾਗ ਛੱਡ ਕੇ ਤੁਰਦੇ, ਲੱਖਾਂ ਫੁੱਲ ਲੱਗੇ ਹੋਣ, ਕੋਈ ਪਾਣੀ ਨਾ ਪਾਵੇ, ਕਾਟ ਛਾਟ ਨਾ ਕਰੇ, ਕੋਈ ਸਾਂਭ ਸੰਭਾਲ ਨਾ ਰੱਖੇ, ਉਹ ਫੁੱਲਾਂ ਦੇ ਬਾਗ ਵੀ ਜੰਗਲ ਤੇ ਉਜਾੜ ਬਣ ਜਾਂਦਾ। ਦਾਤਾ ਜੀ ਆ ਸੰਗਤਾਂ ਤੁਹਾਡੀਆਂ, ਤੁਹਾਡੇ ਬਗੈਰ ਜੀ ਨਹੀਂ ਸਕਦੀਆਂ। ਇਹ ਸੰਗਤਾਂ ਦਾ ਨਸ਼ਾ ਟੁੱਟ ਜਾਣਾ ਪ੍ਰੇਮ ਦਾ। ਇਹਦੇ ਕੋਲ ਬੈਠਾ ਸਭ ਦੀ ਵਰਤਣ ਵਾਲੀ, ਜਿਹਨੇ ਵੇਖਣਾ ਸਿੱਖਾਂ ਤੋਂ ਮਾਇਆ ਲੈ ਲਓ, ਮੱਥਾ ਟਿਕਾ ਲਓ, ਮੋਹਰਾਂ ਲੈ ਲਓ, ਘਰੇ ਤੋੜ ਦਿਓ। ਗੁਰੂ ਜੀ ਸਾਡੇ ਤੋਂ ਨਿਤ ਨਿਤ ਪਲ ਪਲ ਮਰਨੀ ਹੋਣਾ। ਜੋ ਗੁਰ ਗ੍ਰੰਥ ਆਪ ਨੇ ਬਣਿਓ, ਸੋ ਸਗਰੇ ਸਿੱਖਨ ਹੋ ਸੁਣਿਓ। ਬਾਕੀ ਆਪ ਜੀ ਦਾ ਉਪਦੇਸ਼ ਸਾਡੇ ਸਿਰ ਮੱਥੇ। ਤੁਸੀਂ ਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੋ, ਅਸੀਂ ਕਰਾਂਗੇ, ਬਾਣੀ ਪੜਾਂਗੇ, ਪਰ ਮਰ ਜੇ ਇੱਥੇ ਵੀ ਤੇ ਗੁੰਮਰਾਹ ਹੋ ਜਾਵੇ। ਜਿਵੇਂ ਪ੍ਰੀਤੀ ਚੰਦ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਰੀਸ ਕਰਦਿਆਂ ਗੁਰੂ ਗ੍ਰੰਥ ਸਾਹਿਬ ਵੱਲ ਜਵਾ ਕੇ ਗ੍ਰੰਥ ਬਣਾ ਲਿਆ ਸੀ, ਤੇ ਧੀਰ ਮਨ ਬਣ ਕੇ ਤੇ ਰਾਮ ਰਾਏ ਕਿਤਾਬ ਲਿਖ ਕੇ ਕਹਿਣਗੇ ਜੀ ਗੁਰੂ ਗ੍ਰੰਥ ਸਾਡਾ ਹੀ। ਆਖੋ ਸਤਿਨਾਮ। ਕਿੱਧਰ ਕਿੱਧਰ ਜਾਣਗੇ। ਮਿਹਰਬਾਨ ਬਾਬਾ ਪ੍ਰੀਤੀ ਚੰਦ ਦਾ ਪੁੱਤ ਸੀ, ਉਹਨੇ ਬੜੀ ਰੀਸ ਕੀਤੀ, ਉਹ ਬਾਣੀ ਲਿਖਿਆ ਕਰੇ। ਕਰਦੇ ਪਤਾ ਕੀ ਸੀ, ਹੁਣ ਬਾਣੀ ਤੇ ਜਿਹੜੀ ਲਿਖਣੀ ਆਉਂਦੀ ਸੀ, ਲੋਕਾਂ ਦੀਆਂ ਕਵਿਤਾਵਾਂ ਲੈ ਕੇ ਨਾਮ ਲਿਖ ਲੈਂਦੇ ਸੀ, ਕਦੇ ਮਿਹਰਬਾਨ, ਕਦੇ ਨਾਨਕ। ਤੇ ਗੁਰੂ ਸਾਹਿਬ ਲਿਖਦੇ, ਆਪਾਂ ਵੀ ਲਿਖ ਲਾਂਗੇ, ਤਾਂ ਜੋ ਇਸ ਭੁਲੇਖੇ ਸਿੱਖ ਸਾਡੀ ਬਾਣੀ ਪੜਨ, ਸਾਡੇ ਨਾਲ ਜੁੜਨ। ਲਿਖ ਲੈ ਹੈ ਅਬ ਸੋਢੀ ਸਾਰੀ, ਬੈਠੇ ਹੈ ਮਾਨੇ ਗੁਰੂ ਹੋਏ ਭਾਰੀ। ਸਤਿਗੁਰ ਜੀ ਜਿੰਨੇ ਸੋਢੀ ਨੇ ਸਭ ਗ੍ਰੰਥ ਲੈ ਕੇ ਬਹਿ ਜਾਣਗੇ। ਧੀਰ ਮੱਲ ਤੇ ਪਹਿਲੇ ਲਈ ਫਿਰਦਾ ਗ੍ਰੰਥ ਕਰਤਾਰਪੁਰ ਸਾਹਿਬ, ਕਰਤਾਰਪੁਰ ਦੀ ਭੀੜ ਉਹਦੇ ਕੋਲ ਹੈ। ਜਦੋਂ ਉਹਨੇ ਕਹਿਣਾ ਵੀ ਮਰਦ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਸੰਗਤਾਂ ਨੇ ਮੱਥਾ ਟੇਕਣ ਜਾਣਾ, ਉਹਨੇ ਮਾਇਆ ਲੈਣੀ, ਉਹਨੇ ਕਹਿਣਾ ਦਰਸ਼ਨ ਕਰਨੇ ਕਰੋ, ਨਹੀਂ ਬਾਹਰ ਜਾਓ। ਉੱਥੇ ਤੇ ਫਿਰ ਬਿਜ਼ਨਸ ਵਾਲਾ ਕੰਮ, ਉਹਦੇ ਕੋਲ ਕਿਹੜਾ ਕਰਾਮਾਤ। ਮਹਾਰਾਜ ਸੰਗਤਾਂ ਉਲਝ ਜਾਣ, ਇਸ ਪਹੇਲੀ ਨੂੰ ਸੁਲਝਾਉਣਾ ਫਿਰ ਔਖਾ ਹੋ ਜਾਏਗਾ। ਤੇ ਸੰਗਤ ਕਿਸ ਲੜ ਲਾਭ ਹੈ, ਗੁਰਤਾ ਉਚਿਤ ਜਾਹੇ ਲਗ ਪਾਵੇ। ਇਸੇ ਕਰਕੇ ਅਸੀਂ ਪੁੱਛਦੇ ਆ ਜੀ ਇਹ ਗੁਰਤਾ ਗੱਦੀ ਕਿਸ ਘਰ ਜਾਏਗੀ, ਕਿਹਨੂੰ ਜੋਗ ਹੋ ਕੇ ਤੁਸੀਂ ਗੁਰਤਾ ਗੱਦੀ ਦੇ ਰਹੇ ਹੋ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਸੰਗਤਾਂ ਦੀ ਬੇਨਤੀ ਸੁਣ ਰਹੇ ਨੇ, ਪਰ ਬੇਨਤੀ ਸੱਚੀ ਹੈ, ਜੋ ਹੈ ਬੜੀ ਡੂੰਘੀ ਹੈ, ਜਿਹਦਾ ਅਸਰ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ। ਗੁਰ ਕੀ ਸੰਗਤ ਮਿਲ ਸਮੁਦਾਈ, ਹਿਮ ਅਰਦਾਸ ਕਰਤ ਅਗਵਾਈ। ਨਾ ਬਿਰਥੀ ਕਦੇ ਨਾ ਹੋ ਬਈ ਚੱਲ ਕਿੱਦਾਂ ਬਣੀਦਾ ਸੁਣ ਰਹੇ ਹੋ ਨਾ। ਭਾਈ ਗੁਰਬਖਸ਼ ਨੇਤਰਾਂ 'ਚ ਅਥਰੂ, ਹਿਰਦੇ 'ਚ ਪ੍ਰੇਮ, ਗਲ ਭਰਿਆ ਹੋਇਆ, ਗਲ ਵਿੱਚ ਸਿਰੋਂ ਪਾਉ ਤਿੰਨੋਂ ਨੇ ਹੱਥ ਜੁੜ ਕੇ ਨਿਸ਼ਾਨੀ ਜਾਂਦੀ ਹੈ ਸ਼ਰਧਾ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਬਾਣੀ ਮਨ ਸੋਚਿਆ, ਸੰਗਤ ਦੀ ਅਰਦਾਸ, ਇਹਨਾਂ ਦੀ ਬੇਨਤੀ ਬਿਲਕੁਲ ਜਾਇਜ਼ ਹੈ। ਸੁਣ ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ, ਜਥਾ ਜੋਗ ਜਾਣੇ ਦਿਸ ਕਾਲਾ। ਜਾਣਿਆ ਸਤਿਗੁਰਾਂ ਨੇ ਸੰਗਤ ਨੇ ਕੋਈ ਗਲਤ ਅਰਦਾਸ ਨਹੀਂ ਕੀਤੀ ਕਿਸੇ ਦੇ, ਇਹਦੇ ਵਿੱਚ ਆਪਣੇ ਮਕਸਦ ਨਹੀਂ, ਇਹ ਸਭ ਪ੍ਰੇਮ ਦੇ ਪਿਆਸੇ ਨੇ। ਇਹਨਾਂ ਦਾ ਤੇ ਜੀਵਨ ਮੱਛੀ ਵਾਲਾ ਹੈ। ਮੱਛੀ ਪਾਣੀ ਬਿਨਾਂ ਜੀ ਨਹੀਂ ਸਕਦੀ, ਪਰ ਪਾਣੀ ਨੂੰ ਮੱਛੀ ਦੀ ਲੋੜ ਹੈ, ਕੋਈ ਹੈ ਕੋਈ ਲੋੜ। ਚਕੋਰ ਚੰਦ ਬਿਨਾਂ ਜਿਉਂਦੀ ਨਹੀਂ, ਚੰਦ ਨੂੰ ਕੋਈ ਲੋੜ ਨਹੀਂ ਚਕੋਰ ਦੀ, ਉਹੀ ਕੰਗੀ ਪ੍ਰੀਤੀ ਹੈ। ਭੌਰਾ ਕਮਲ ਦੇ ਫੁੱਲ ਤੇ ਜਾਨ ਵਾਰ ਦਿੰਦਾ ਹੈ, ਪਰ ਕਮਲ ਦੇ ਫੁੱਲ ਨੂੰ ਭੌਰੇ ਦੀ ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਪਤੰਗਾ ਅੱਗ ਤੇ ਜਾ ਕੇ ਸੜ ਜਾਂਦਾ, ਅੱਗ ਨੂੰ ਕੀ ਫਿਕਰ ਬੁੱਝ ਜਾਂਦੀ ਹੈ। ਸਜਣ ਭਾਵੇਂ ਮਰਦਾ ਅੱਜ ਮਰ ਜੇ, ਕੱਲ ਮੱਚਦਾ ਕੱਲ ਮੱਚ ਜੇ, ਕੋਈ ਤਾਂ ਕੰਗੀ ਪ੍ਰੀਤੀ। ਪਰ ਗੁਰੂ ਸਾਹਿਬ ਦਾ ਪਿਆਰ ਦੋ ਤਰ੍ਹਾਂ ਹੈ। ਜੇ ਸਿੱਖ ਵੀ ਪ੍ਰੇਮ ਕਰਦੇ ਤੇ ਗੁਰੂ ਸਾਹਿਬ ਦੁੱਗਣਾ ਚੌਗਣਾ ਕਰਦੇ ਨੇ। ਅੱਜ ਚਿੰਤਤ ਹੋ ਗਏ, ਸੰਗਤਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਫਿਕਰ ਕਰਦੇ ਨੇ। ਗੁਰੂ ਹੋਏ ਸੋ ਛਪੈ ਨਾ ਕੈਸੀ, ਬਿਦਤੇ ਗਗਨ ਚਟੇ ਰਵ ਜੈਸੀ। ਇੰਨਾ ਸੋਹਣਾ ਵਚਨ ਮਰਦ ਨੇ ਕਿਹਾ, ਸੰਗਤਾਂ ਦੇ ਹਿਰਦੇ 'ਚ ਠੰਡ ਪੈ ਗਈ। ਮਰਦ ਕਹਿੰਦੇ ਗੁਰੂ ਹੋਣਗੇ ਛੁਪੇ ਨਹੀਂ ਰਹਿਣਗੇ। ਆਖੋ ਸਤਿਨਾਮ।
कोई एक ते उम्मीद होगी भी सतगुरां तो बाद कोई गद्दी ते होएगा, कोई ते जिम्मेवार होणगे जो गुरता गद्दी सांभणगे। तौ रीत पूरब गुर केरी हमको करी चाहे इस बेरी। भाई संगतां दी बेनती है, ਤੁਹਾਡੀ ਬੇਨਤੀ ਅਸੀਂ ਸਵੀਕਾਰ ਕੀਤੀ। ਜੋ ਰੀਤ ਗੁਰੂ ਨਾਨਕ ਸਾਹਿਬ ਤੋਂ ਗੁਰਤਾ ਗੱਦੀ ਦੀ ਚੱਲੀ ਆਉਂਦੀ ਅਸੀਂ ਵੀ ਦਬਾ ਦਿੰਦੇ ਹਾਂ। ਸੋਚਿਆ ਅਸੀਂ ਰਹਿਣ ਦਿੰਦੇ ਹਾਂ, ਕੋਈ ਗੱਲ ਨਹੀਂ, ਗੁਰੂ ਪ੍ਰਗਟ ਹੋ ਜਾਣਗੇ। ਪਰ ਮਨ ਵਿੱਚ ਕਹਿੰਦੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਇੱਥੇ ਘਰ ਘਰ ਗੁਰੂ ਹੋਣਗੇ। ਹਿਮ ਵਿਚਾਰ ਕਰ ਮਿਲਣਾ ਲਹਿਓ ਬੋਲੇ ਜਥਾ ਜੋਗ ਤੁਮ ਕਹਿਓ। ਸਤਿਗੁਰਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਕੋਲ ਬੁਲਾਇਆ, ਰਾਜਾ ਜੈ ਸਿੰਘ ਨੂੰ ਕੋਲ ਸਤਿਕਾਰ ਨਾਲ ਬਿਠਾਇਆ। ਕਹਿੰਦੇ ਸੰਗਤ ਦੀ ਬੇਨਤੀ ਸਾਡੇ ਤੋਂ ਮੋੜ ਨਹੀਂ ਹੁੰਦੀ, ਆਖੋ ਸਤਿਨਾਮ। ਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮੋੜੀ, ਤਤੀਆਂ ਤਵੀਆਂ ਤੇ ਬਹਿ ਕੇ ਸੰਗਤ ਦੀ ਬੇਨਤੀ ਮੰਨੀ। ਅੱਜ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਕਹਿੰਦੇ ਭੇਦ ਸੀ ਗੁੱਝੇ, ਰਮਜਾਂ ਸੀ ਗੁੱਝੀਆਂ, ਪਰ ਸੰਗਤ ਜੀ ਜੇ ਅੱਜ ਤੁਹਾਡੇ ਪਿਆਰ ਦੀ ਬੇਨਤੀ ਤੇ ਤੁਹਾਡੇ ਅੱਗੇ ਅਸੀਂ ਹਾਰ ਗਏ, ਜੋ ਤੁਹਾਨੂੰ ਚੰਗਾ ਲੱਗਦਾ ਹੈ ਹੁਣ ਉਹੀ ਹੋਏਗਾ। ਪੈਸੇ ਪੰਜ ਨਰੇਲ ਮੰਗਾਵੋ ਸਭ ਸੰਗਤ ਕੋ ਨਿਕਟ ਬਿਠਾਓ। ਭਾਈ ਸਾਰੀਆਂ ਸੰਗਤਾਂ ਨੂੰ ਇਕੱਠਿਆਂ ਕਰ ਲਓ, 5 ਪੈਸੇ ਤੇ ਨਾਰੀਅਲ ਮੰਗਾ ਲਓ। ਧਿਆਨ ਦੇ ਕੇ ਸੁਣਿਓ, ਕਥਾ ਬੜੀ ਡੂੰਘੀ ਚੱਲ ਰਹੀ ਹੈ। ਸਿੱਖਾਂ ਨੂੰ ਬੜਾ ਚਾਹ ਹੋ ਗਿਆ ਕਿ ਸਤਿਗੁਰ ਗੁਰਤਾ ਗੱਦੀ ਦੇਣਗੇ ਤੇ ਕਮ ਸੇ ਕਮ ਸਾਨੂੰ ਸਹਾਰਾ ਤੇ ਹੋਏਗਾ। ਗੁਰੂ ਹਰਿਕ੍ਰਿਸ਼ਨ ਜੀ ਦੇ ਇਸ ਪਾਵਨ ਸਰੀਰ ਤੋਂ ਬਾਅਦ ਅਸੀਂ ਸਤ ਸੰਗ ਤੇ ਕਰ ਲਿਆ ਕਰਾਂਗੇ। ਜੋਤ ਤੇ ਉਹੀ ਹੈ ਗੁਰੂ ਨਾਨਕ ਸਾਹਿਬ ਵਾਲੀ। ਕਹਿੰਦੇ ਖੁਸ਼ ਹੋ ਗਏ, ਸਿੱਖ 5 ਪੈਸੇ ਨਾਰੀਅਲ ਸਿਰੋਂ ਪਾਉ ਲੈ ਆਏ। ਭਾਰੀ ਗੁਰ ਬਿਗਤੇ ਜਗ ਮਾਹੀ ਜਿਸ ਤੇ ਤੰਪੀ ਗੁਰ ਦੁਰ ਜਾਹੀ। ਇੰਨਾ ਵਚਨ ਸਤਿਗੁਰਾਂ ਬੈਠਿਆਂ ਕਹਿ ਦਿੱਤਾ, ਕਹਿੰਦੇ ਗੁਰੂ ਸਾਡੇ ਤੋਂ ਵੀ ਭਾਰੇ ਹੋਣਗੇ। ਉਹ ਜਿਹਨੂੰ ਵੇਖ ਕਰਕੇ ਜਦੋਂ ਚੰਦ ਚੜ੍ਹਦੇ ਨਾ ਅਸਮਾਨ ਵਿੱਚ ਆ ਟਿਮ ਟਿਮਾਉਂਦੇ ਤਾਰੇ ਨਹੀਂ ਲੱਭਦੇ। ਕਹਿੰਦੇ ਜਦੋਂ ਭਾਰੀ ਗੁਰੂ ਪ੍ਰਗਟ ਹੋ ਗਏ, ਗੁਰੂ ਹਜ਼ਾਰਾਂ ਵੀ ਬੈਠੇ ਹੋਣ, ਕਿਸੇ ਨੇ ਪੁੱਛਣੇ ਨਹੀਂ, ਆਖੋ ਸਤਿਨਾਮ। ਕਿਸੇ ਨੇ ਨਹੀਂ ਪੁੱਛਣੇ। ਸਤਿਗੁਰਾਂ ਦੇ ਬਚਨ ਸੁਣ ਕੇ ਸੰਗਤਾਂ ਰੋਈਆਂ ਪ੍ਰੇਮ ਦੇ ਵਿੱਚ। ਬਸ ਤੇ ਚੱਲਦਾ ਕੋਈ ਸਿੱਖ ਤੇ ਸੋਚਦੇ ਮਰਦ ਨਾਲ ਹੀ ਸਰੀਰ ਛੱਡਦੀ ਹੈ, ਨਾਲ ਹੀ ਚਲੇ ਜਾਂਦੇ, ਵਿਛੋੜਾ ਝੱਲ ਨਹੀਂ ਹੁੰਦਾ। ਸਿੱਖ ਹਜ਼ਾਰ ਹੋਂ ਲੱਖ ਹੋਂ ਕੋਟ ਉਧਰ ਹੈਗੇ ਜਿਸ ਕੀ ਲੈ ਔਟ। ਭਾਈ ਜਿਨ੍ਹਾਂ ਦੀ ਓਟ ਲੈ ਕੇ ਲੱਖਾਂ ਤੇ ਕਰੋੜਾਂ ਉਧਰ ਜਾਣਗੇ, ਭਵ ਸਾਗਰ ਤੋਂ ਪਾਰ ਹੋਣਗੇ। ਉਹ ਜਿਨ੍ਹਾਂ ਨੇ ਆਪਣੀ ਚਾਦਰ ਦੇ ਵਿੱਚ ਹਿੰਦੁਸਤਾਨ ਛੁਪਾ ਲੈਣਾ, ਅਸੀਂ ਤੇ ਗੱਦੀ ਉਹਨਾਂ ਨੂੰ ਦੇਣੀ। ਆਖੋ ਸਤਿਨਾਮ। ਇਸ਼ਾਰਾ ਕਿੱਧਰ ਹੈ? ਨਾਵੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਰਫ, ਪਰ ਨਾਮ ਅਜੇ ਗੁਪਤ ਰੱਖਿਆ ਹੋਇਆ, ਕਿਉਂਕਿ ਸਤਿਗੁਰ ਜੀ ਬੜੇ ਸਮੇਂ ਤੋਂ ਬੰਦਗੀ ਚ ਬੈਠੇ ਨੇ। ਭੋਰਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਨਾਮ ਸੀ ਤੇਗ ਮੱਲ, 26 ਸਾਲ ਹੋ ਗਏ ਨੇ ਬੰਦਗੀ ਚ ਬੈਠੇ। ਰੱਬ ਆਪ ਬੰਦਗੀ ਕਰਦਾ ਆਪਣੇ ਪਿਆਰਿਆਂ ਦੀ, ਆਪਣੇ ਪਿਆਰਿਆਂ ਦੇ ਧਿਆਨ ਚ ਜੁੜਦਾ, ਆਪਣੇ ਧਿਆਨ ਚ ਜੁੜਦਾ ਹੈ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਇਸ਼ਾਰਾ ਦੇ ਇਸ਼ਾਰਾ, ਜਿਹੜੇ ਕੋਲ ਵਾਲੇ ਸਿੱਖ ਸੀ ਉਹਨਾਂ ਨੂੰ ਪਤਾ ਸੀ, ਉਹ ਸਭ ਕੁਝ ਜਾਣਦੇ ਸੀ। ਧਰ ਹੈ ਧਰਾ ਸਮ ਧੀਰਜ ਭਾਰੀ ਸਸ ਸੂਰਜ ਸਮ ਪਰਉਪਕਾਰੀ। ਉਹ ਜਿਹੜੇ ਪਰਉਪਕਾਰੀ ਇਹਨੇ ਹੋਣਗੇ, ਸੂਰਜ ਵਰਗੇ ਪਰਉਪਕਾਰੀ। ਸੂਰਜ ਦਾ ਪਰਉਪਕਾਰ ਵੇਖੇ, ਉਹ ਸਾਰਿਆਂ ਦੇ ਘਰੇ ਧੁੱਪ ਦਿੰਦਾ ਹੈ, ਉਹ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਕੋਈ ਦੁਸ਼ਮਣ ਨੂੰ ਗਾਲਾਂ ਵੀ ਕੱਢੇ ਤਾਂ ਪਾਣੀ ਨਾ ਵੀ ਦੇਵੇ, ਉਹਨੂੰ ਵੀ ਦੇ ਰਿਹਾ ਧੁੱਪ। ਜਿਵੇਂ ਚੰਦਰਮਾ, ਚੰਦ ਚਾਨਣੀ ਰਾਤ ਹੈ, ਕਦੇ ਚੰਦ ਤਾਰੇ ਸੂਰਜ ਇਹਨਾਂ ਕਿਸੇ ਨਾਲ ਵਿਤਕਰਾ ਕੀਤਾ। ਲੋਕਾਂ ਨੇ ਧਰਮ ਚ ਵੰਡੀਆਂ ਪਾ ਲਈਆਂ, ਪਰ ਚੰਦ ਉਹੀ ਹੈ। ਈਦ ਵਾਲੇ ਦਿਨ ਮੁਸਲਮਾਨ ਪੂਜਦੇ ਨੇ ਤੇ ਗੁਰਮੁਖੋ ਵਰਤਾਂ ਵਾਲੇ ਦਿਨ ਹਿੰਦੂ ਪੂਜਦੇ। ਆਖੋ ਸਤਿਨਾਮ। ਸਿੱਖਾਂ ਦਾ ਤੇ ਵਰਤ ਕੋਈ ਨਹੀਂ ਨਾ ਸਿੱਖ ਧਰਮ ਚ ਕੋਈ ਵਰਤ ਹੈ, ਨਾ ਹੋਏਗਾ, ਨਾ ਕੋਈ ਐਸੀ ਮਰਿਆਦਾ। ਵਰਤ ਰੱਖਣ ਵਾਲਾ ਜੇ ਸਿੱਖ ਹੋ ਕੇ ਵਰਤ ਰੱਖਦਾ, ਮਾਫ ਕਰਿਓ, ਹਿੰਦੂ ਪਰਿਵਾਰ ਹੈ, ਅਜੇ ਸਿੱਖ ਨਹੀਂ ਮਰਿਆ। ਗੁਰਮੁਖੋ ਆ ਜਿੰਨੇ ਵਰਤ ਰੱਖੇ ਜਾਂਦੇ ਨੇ, ਕੋਈ ਕਰਵਾ ਰੱਖਦਾ, ਕੋਈ ਰੱਖਦਾ ਕਰਵਾ ਚੌਥ ਰੱਖਿਆ ਕਿਸੇ ਨੇ, ਵੇਖਦੇ ਤੇ ਚੰਦ ਨੇ ਨਾ। ਹਿੰਦੂ ਵੀਰ ਕਹਿੰਦੇ ਚੰਦਰਮਾ ਸਾਡਾ, ਮੁਸਲਮਾਨ ਕਹਿੰਦੇ ਸਾਡਾ। ਉਹ ਜੇ ਚੰਦ ਦਾ ਕੋਈ ਧਰਮ ਨਹੀਂ ਤੇ ਤੁਸੀਂ ਕਿਉਂ ਲੜਦੇ? ਆਖੋ ਸਤਿਨਾਮ। ਸਾਂਝਾ ਨਾ ਸਾਰਿਆਂ ਦਾ। ਇਸ਼ਾਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖਾਂ ਦੇ ਗੁਰੂ, ਸੰਸਾਰ ਦੇ ਗੁਰੂ। ਜੇ ਸਨਾਤਨ ਮਤ ਤੇ ਵਿਪਤਾ ਪੈ ਗਈ, ਜੇ ਪੰਡਤਾਂ ਦੀ ਕਿਸੇ ਪੁਕਾਰ ਨਾ ਸੁਣੀ, ਜੇ ਹਿੰਦੂਆਂ ਦੇ ਹਿੰਦੂ ਵੈਰੀ ਬਣ ਗਏ, ਜਿਹੜੇ ਔਰੰਗਜ਼ੇਬ ਕੋਲ ਬੈਠੇ ਸੀ, ਰਾਜ ਭਾਗ ਲਈ ਬੈਠੇ ਸੀ, ਹਿੰਦੂਆਂ ਨੂੰ ਕਤਲ ਕਰਾਉਂਦੇ ਸੀ,
ਤੇ ਫਿਰ ਅਮਰਨਾਥ ਦੇ ਹਿੰਦੂ ਚੱਲ ਕੇ ਜਿਨ੍ਹਾਂ ਕੋਲ ਗਲ ਪੱਲਾ ਪਾ ਕੇ ਕੁਝ ਘਾਹ ਲੈ ਕੇ ਆਏ, ਕੋਈ ਉਹਨਾਂ ਆਪਣੀ ਚਾਦਰ ਵਿੱਚ ਉਹਨਾਂ ਨੂੰ ਲੁਕਾ ਕੇ ਉਹਨਾਂ ਦਾ ਧਰਮ ਬਚਾ ਲਿਆ, ਸੀਸ ਕੁਰਬਾਨ ਕਰਕੇ ਏਡਾ ਪਰਉਪਕਾਰ ਕਰ ਗਏ। ਆਖੋ ਸਤਿਨਾਮ। ਇਸ ਪਾਸੇ ਇਸ਼ਾਰਾ ਹੈ। ਮਰਦ ਕਹਿੰਦੇ ਬੜੇ ਪਰਉਪਕਾਰੀ ਹੋਣ, ਜਿਨ੍ਹਾਂ ਦੀ ਮਿਸਾਲ ਦੁਨੀਆ ਦੇ ਜਿੰਨਾ ਵਰਗਾ ਕੋਈ ਹੋਰ ਨਹੀਂ ਹੋਏਗਾ। ਸਿੱਖੀ ਦਿਟ ਐਸੀ ਜਗ ਕਰੈ, ਜੇ ਬੇਮੁਖ ਸਭ ਪੈਰੀ ਪਰੈ। ਜਿਹੜੇ ਬੇਮੁਖ ਹੋਣਗੇ ਗੁਰੂ ਘਰ ਤੋਂ, ਉਹ ਵੀ ਚੱਲ ਕੇ ਉਹਨਾਂ ਦੀ ਸ਼ਰਨ ਵਿੱਚ ਆਣਗੇ। ਉਹ ਏਡੇ ਵੈਰਾਗ ਵਾਲੇ ਇੰਨਾ ਪਿਆਰ ਵੰਡਣਗੇ ਜਿਨ੍ਹਾਂ ਦੇ ਪ੍ਰੇਮ ਵਰਗਾ ਪ੍ਰੇਮ ਦੁਨੀਆ ਤੇ ਕੋਈ ਨਹੀਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ ਜੀਵਨ ਦੀ ਕਥਾ ਆਰੰਭ ਹੋਣੀ ਹੈ। ਪੰਜਾਬ ਦੀ ਧਰਤੀ ਦੇ ਸਤਿਗੁਰਾਂ ਬੜੇ ਚਰਨ ਪਾਏ, ਪਰ ਇੰਨੇ ਪਿਆਰ ਵਾਲੇ ਸੀ, ਮਰਦ ਜਿਹਦਾ ਦੁੱਖ ਵੇਖ ਕੇ ਸਹਾ ਨਹੀਂ ਸਕਦੇ ਸੀ। ਉਹਦੀ ਕਿਰਪਾ ਕਰ ਦਿੰਦੇ ਸੀ ਕਿ ਉਹ ਬਚਨ ਵਰਜ ਦੱਸ ਰਹੇ ਨੇ, ਕਿਉਂਕਿ ਜੋਤ ਦੇ ਅੰਦਰ ਉਹੀ ਵਰਤਦੀ ਹੈ। ਜੋ ਬਚਨ ਕਰ ਰਹੇ ਨੇ ਉਹ ਆਪ ਹੀ ਉਹ ਰੂਪ ਹਨ। ਮਹਾ ਪ੍ਰਤਾਪ ਸਭਿਨ ਪਰਛਾਵੈ, ਕੁਛ ਤੇ ਕੁਛ ਕਰ ਕਹਿ ਦਿਖਾਵੈ। ਸਭ ਕੁਝ ਕਰਕੇ ਵਿਖਾਉਣਗੇ, ਪਰ ਸਿੱਖੋ ਬਚਨ ਸਾਡੇ ਵਾਲੇ ਵਿਖਾਉਣਗੇ, ਕਰਾਮਾਤ ਉਹ ਵੀ ਨਹੀਂ ਵਿਖਾਉਣਗੇ। ਆਖੋ ਸਤਿਨਾਮ। ਕੁਝ ਵੀ ਹੋ ਜੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰ ਨਾ ਜਾਵੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਹੀ ਸ਼ਰਤਾਂ ਰੱਖੀਆਂ ਸੀ, ਜਾਂ ਤੇ ਮਰਦ ਕਰਾਮਾਤ ਵਿਖਾ ਦਿਓ, ਜਾਂ ਇਸਲਾਮ ਕਬੂਲ ਕਰ ਲਓ, ਜਾਂ ਫਿਰ ਮੌਤ ਬਰਬਾਦ ਕਰ ਲਓ। ਨਾ ਮਰਦ ਨੇ ਇਸਲਾਮ ਕਬੂਲਿਆ, ਨਾ ਕਰਾਮਾਤ ਵਿਖਾਈ, ਕਹਿੰਦੇ ਮੌਤ ਤੇ ਸਾਡਾ ਜੀਵਨ ਆ, ਇਹ ਲੈ ਆਓ, ਇਹ ਪ੍ਰਵਾਨ ਕਰ। ਅੱਜ ਉਹ ਬਚਨ ਸਤਿਗੁਰ ਦੀ ਸੰਗਤਾਂ ਵਿੱਚ ਬਾਲਾ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਸੰਘਾਸਣ ਤੇ ਉਪਦੇਸ਼ ਵਜੋਂ ਕਰ ਰਹੇ ਨੇ। ਸੁਨ ਸ਼੍ਰੀ ਮੁਖ ਤੇ ਬਚਨ ਸਹਾਈ, ਸੁਨਤ ਜੀ ਸਗਰੇ ਸੀਸ ਨਿਵਾਈ। ਸਤਿਗੁਰਾਂ ਦਾ ਵਚਨ ਸੁਣ ਕੇ ਸੰਗਤਾਂ ਸੀਸ ਨਵਾਇਆ, ਮੱਥਾ ਟੇਕਿਆ, ਡੁੱਬਦਿਆਂ ਨੂੰ ਤਿਲਕੇ ਦਾ ਸਹਾਰਾ ਹੋ ਗਿਆ। ਆਖੋ ਸਤਿਨਾਮ। ਹੁਣ ਤੱਕ ਤੇ ਬੇਵਲ ਸੀ, ਸਾਨੂੰ ਪੁੱਛਣਾ ਹੀ ਕਿਸੇ ਨਹੀਂ ਕਿੱਥੇ ਜਾਵਾਂਗੇ। ਹੁਣ ਸਹਾਰਾ ਹੋ ਗਿਆ, ਗੁਰੂ ਸਾਹਿਬ ਕੋਲ ਹੀ ਸਾਡੇ ਤੋਂ ਦੂਰ ਨਹੀਂ ਜਾਣਗੇ। ਧਾਏ ਗਇਓ ਆਨਿਓ ਤਤਕਾਲਾ, ਪੈਸੇ ਪੰਜ ਨਰੇਲ ਵਿਸਾਲਾ। ਉਸੇ ਵੇਲੇ ਸਿੱਖਾਂ ਨੇ ਲਿਆ ਕਰਕੇ 5 ਪੈਸੇ ਨਾਰੀਅਲ ਇੱਕ ਸਿਰੋਂ ਪਾਓ, ਸਤਿਗੁਰਾਂ ਨੂੰ ਭੇਟਾ ਕੀਤਾ। ਅੱਜ ਦੇ ਸਮੇਂ ਵਾਲੇ ਜਿਹੜੇ ਚੱਲੇ ਨੇ ਨਾ ਅਖੌਤੀ ਪ੍ਰਚਾਰਕ, ਜੇ ਇਹਨਾਂ ਦੀਆਂ ਗੱਲਾਂ ਚ ਰਹਿ ਗਏ ਨਾ, ਮਾਫ ਕਰਿਓ, ਬਚਨ ਯਾਦ ਰੱਖਿਓ, ਨਾ ਤੁਸੀਂ ਸਿੰਘ ਰਹਿਣਾ, ਨਾ ਤੁਸੀਂ ਸਿੱਖ ਰਹਿਣਾ। ਆਖੋ ਸਤਿਨਾਮ। ਇਹਨਾਂ ਲੋਕਾਂ ਦੀ ਕੋਸ਼ਿਸ਼ ਹੈ ਸ਼ਬਦ ਗੁਰੂ ਦਾ ਡਰਾਮਾ ਕਰਕੇ, ਸਿਰਫ ਡਰਾਮਾ ਸ਼ਬਦ ਵਰਤੇ ਹੈ। ਲੋਕਾਂ ਨੂੰ ਕਹੋ ਜੀ ਗੁਰੂ ਸਾਹਿਬ ਨਾਲ ਜੁੜੋ, ਆਹ ਕਰੋ, ਇਤਿਹਾਸ ਤੋਂ ਤੋੜ ਦੇਣਾ, ਬਾਣੀ ਤੋਂ ਤੋੜ ਦੇਣਾ। ਜਦੋਂ ਸਿੱਖ ਨਿਤਨੇਮ ਕਰਨਾ ਹੀ ਛੱਡ ਗਿਆ, ਗੁਰਮਤਿ ਦੀ ਮਰਿਆਦਾ ਦਾ ਧਾਰਨੀ ਨਾ ਹੋਇਆ, ਸਿੱਖ ਰਹਿ ਜੂ ਉਹ। ਬਸ ਆਹ ਕੋਸ਼ਿਸ਼ ਹੈ। ਜਿਵੇਂ ਆਮ ਮੰਦਰਾਂ ਮਸੀਤਾਂ ਗਿਰਜਾ ਘਰਾਂ ਚ ਚੱਲਦਾ ਨਾ ਵੀ ਸਭ ਕੁਝ ਹਜਮ ਹੈ, ਕੋਸ਼ਿਸ਼ ਇਹਨਾਂ ਲੋਕਾਂ ਦੀ ਇਹ ਚੱਲਦੀ ਵੀ ਸਿੱਖ ਆਪਣੀ ਮਰਿਆਦਾ ਨੂੰ ਤਲਾਂਜਲੀ ਦੇ ਦੇ, ਵੀ ਮੈਂ ਸਤਿਗੁਰਾਂ ਦੀ ਮਰਿਆਦਾ ਨਹੀਂ ਮੰਨ ਸਕਦਾ, ਇਹ ਆਪ ਕਵੇ। ਪਰ ਐਸੇ ਨਹੀਂ ਅਸੀਂ ਹੋਣਾ। ਧਰਮ ਨਾਲ ਜੁੜਨਾ ਹੈ, ਇਤਿਹਾਸ ਨਾਲ ਜੁੜਨਾ ਹੈ, ਇਤਿਹਾਸਕ ਅਸਥਾਨਾਂ ਦਾ ਸਤਿਕਾਰ ਕਰਨਾ ਹੈ, ਕਿਉਂਕਿ ਸਾਡੀਆਂ ਇਹੀ ਵਿਰਾਸਤਾਂ ਨੇ ਜਿਨ੍ਹਾਂ ਨੂੰ ਖਤਮ ਕੀਤਾ ਜਾ ਰਿਹਾ। ਜੋ ਇਹ ਖਤਮ ਹੋਣ ਲੱਗ ਗਈਆਂ, ਅਸੀਂ ਚੁੱਪ ਰਹੇ ਤੇ ਸਾਡੇ ਬੱਚਿਆਂ ਦੇ ਸਾਹਮਣੇ ਸਾਡਾ ਇਤਿਹਾਸ ਹੀ ਨਹੀਂ ਰਹਿਣਾ, ਕਿਉਂਕਿ ਸਾਡੇ ਇਤਿਹਾਸ ਵਿੱਚ ਰੋਜ਼ ਮਿਕਸਅਪ ਹੁੰਦਾ ਕੰਮ, ਰੋਜ਼ ਰਲਗੜ ਹੋ ਰਹੀ ਹੈ। ਹਰ ਥਾਂ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਬਣਾਉਣ ਦੀ ਕੋਸ਼ਿਸ਼ ਹੈ। ਧਰਮ ਕੋਈ ਮਾੜਾ ਨਹੀਂ, ਪਰ ਇਹ ਕੰਮ ਤੇ ਮਾੜਾ ਹੀ ਹੈ ਨਾ, ਕਿਸੇ ਦੇ ਨਰੋਲ ਧਰਮ ਦੇ ਵਿੱਚ ਮਿਕਸਿੰਗ ਕਰ ਦੇਣਾ, ਉਹਨੂੰ ਆਪਣਾ ਗੁਲਾਮ ਬਣਾ ਦੇਣਾ। ਕੌਣ ਬਣਾਉਂਦੇ? ਆਪਣੇ ਅਖੌਤੀ, ਹੋਰ ਕੌਣ ਨਹੀਂ। ਵੀ ਜਦੋਂ ਬਾਣੀ ਪੜ੍ਹਨ ਨੂੰ ਹਟ ਗਿਆ ਤੇ ਕਹਿਣ ਲੱਗ ਜੀ ਸਿਮਰਨ ਕਰਨ ਦੀ ਲੋੜ ਨਹੀਂ, ਸੇਵਾ ਕਰਨ ਦੀ ਕੀ ਲੋੜ ਹੈ? ਸੇਵਾ ਤੇ ਕਹਿੰਦੇ ਫਿਜ਼ੀਕਲੀ ਹੈ, ਸੇਵਾ ਤੇ ਤਾਂ ਕਿਹਾ ਸੇਵਾ ਨਹੀਂ, ਸੇਵਾ ਕਰੋਗੇ ਸਰੀਰ ਚੱਲਦਾ ਰਹੂ ਨਾ, ਫੇਰ ਜੋਗਾ ਮਾੜਾ। ਆਖੋ ਸਤਿਨਾਮ। ਯੋਗ ਵੀ ਕਰੀ ਜਾਂਦੇ ਸਿੱਖ, ਇਸੇ ਪਾਸੇ ਲਾਉਣਾ ਨਾ ਸਾਨੂੰ। ਆ ਜਿਹੜਾ ਯੋਗ ਹੈ ਨਾ ਸਿੱਖਾਂ ਦਾ ਨਹੀਂ, ਇਹ ਸਿੱਧਾ ਹੋਣਾ ਸੀ। ਪਤੰਜਲੀ ਵਰਗੇ ਜੋਗੀ ਹੋਏ ਜਿਹੜੇ ਸਨਾਤਨ ਮਤ ਨਾਲ ਜੁੜੇ ਸੀ, ਤੇ ਅੱਜ ਹਰ ਘਰ ਵਿੱਚ ਸਿੱਖ ਨਹੀਂ ਜੋਗੀ ਪੈਦਾ ਹੋਏ ਆ। ਸਨਾਤਨ ਮਤੀਆ ਸਵੇਰੇ ਉੱਠਣ ਸਾਰ 5-7 ਗਲਾਸ ਸੁੱਟੇ ਪਾਣੀ ਦੇ, ਕੀ ਕਰਨ ਲੱਗੇ ਹੋ ਜੀ? ਨਿਤਨੇਮ ਨਹੀਂ, ਜਪਜੀ ਨਹੀਂ, ਬਾਬਾ ਜੀ ਕਪਾਲ ਭਾਤੀ ਕਰਨਾ। ਆਖੋ ਸਤਿਨਾਮ। ਵਾਵੇ ਸਿੱਖਾਂ, ਤੂੰ ਹਿੰਦੂ ਕਦੋਂ ਤੋਂ ਬਣ ਗਿਆ? ਇਹ ਹਿੰਦੂਆਂ ਦੀਆਂ ਨਿਸ਼ਾਨੀਆਂ। ਫਿਜ਼ੀਕਲ ਟ੍ਰੇਨਿੰਗ ਸਿੱਖ ਦੀ ਕੀ ਸੇਵਾ ਕਰਨੀ, ਸ਼ਸਤਰ ਵਿਦਿਆ, ਸੈਰ ਕਰਨੀ, ਕਿੰਨਾ ਕੁਝ ਹੈ। ਪਰ ਨਹੀਂ, ਅਸੀਂ ਆਪਣਾ ਧਰਮ ਆਪ ਛੱਡਦੇ ਜਾ ਰਹੇ ਹਾਂ। ਦੁੱਖ ਦੀ ਗੱਲ, ਸਨਾਤਨ ਮਤ ਦੇ ਯੋਗਾਂ ਦੇ ਕੈਂਪਾਂ 'ਚ ਗੁਰਦੁਆਰੇ ਵਾਲੇ ਵੀ ਲਵਾਉਣ ਲੱਗ ਗਏ। ਆਖੋ ਸਤਿਨਾਮ। ਹਮ ਤੋਂ ਹਿੰਦੂ ਹੈ, ਹਮ ਸਿੱਖ ਥੋੜਾ। ਸਿੱਖ ਨਹੀਂ ਅਸੀਂ, ਸਾਡੇ ਹਾਲਾਤ ਇਹ ਬਣ ਗਏ ਨੇ। ਪਰ ਗੁਰਮੁਖੋ, 10 ਸਰੂਪਾਂ ਵਿੱਚ 249 ਸਾਲ ਸਤਿਗੁਰ ਸਾਨੂੰ ਸਿਧਾਂਤ ਨਾਲ ਜੋੜ ਕੇ ਨਰੋਲਤਾ ਨਾਲ ਜੋੜਿਆ, ਅਸੀਂ ਉਹ ਨਰੋਲਤਾ ਛੱਡੀ ਬੈਠੇ।
ਅਸੀਂ ਇਤਿਹਾਸ ਪਿੱਛੇ ਤੁਰੇ ਫਿਰਦੇ, ਕੱਚੀਆਂ ਪਿੱਲੀਆਂ ਸਾਖੀਆਂ ਜਾਂ ਤੇ ਉਹਨਾਂ ਨਾਲੇ ਜੁੜ ਜਾਣਾ ਜਾਂ ਫਿਰ ਪੱਕੀਆਂ ਦਾ ਵੀ ਬਾਈਕਾਟ ਕਰਦੇ ਨੇ। ਇਹ ਅਵਸਥਾ ਸਾਡੀ ਬਣ ਗਈ। ਪਰ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਸਿੱਖਾਂ ਨੂੰ ਸਮਝਾਇਆ, ਨਾਰੀਅਲ ਮੰਗਾਇਆ। ਨਾਰੀਅਲ ਤੋਂ ਭਾਵ ਕੀ ਹੈ? ਆਪਣਾ ਸਿਰ ਭੇਟਾ ਕਰਦਾ। ਸਿਰ ਕਟਾਉਣਾ ਥੋੜੀ ਭੇਟਾ ਹੁੰਦੀ ਹੈ। ਪਾਣੀ ਪੜ ਕੇ ਵੇਖੋ, डगमग छाड़ रे मन बौरा अब तो जरे मरे सिद्ध पाइया लीनो हाथ सिधौना। सिधौने का अर्थ की नारियल ही है। पढ़ो ते सही, कहते मैं डोलण तो हट गया जो मैं अपना सीस अपनी तली ते ले लिया। तली तो भाव की मैं अपने मन की मत छड़ देना, गुरु वाला हो गया। 5 पैसे दुनिया की माया, सिरों पाओ अपना वस्त्र अपना रूप असीं दे रहे हैं। कहते 5 पैसे नारियल सतगुरां ने मंगाए, एक कीमती सिरोपा मंगाया, अपने घर कमलां विच लै लिया। कंचन थार विखै धरतीन चंदन पुष्प धूप शुभ कीना। फिर सतगुरां ने उस वस्त्र नूं 5 पैसे नारियल नूं सोने दे थाल विच रखिया ते एक चौंकी ते रख दिता। वो इतिहास कहंदा मैं नहीं कहंदा, रखिया। सतगुर कहंदे सिखो सुगंधियां लाओ, धूफां दिखाओ। धूफां का मतलब की होता है? फोटोआं की पूजा करना नहीं होती। धूफां का मकसद सिर्फ इन्ना होता है, सुगंधी करना। कोई दुर्गंधी ना होवे, बदबू ना होवे, सेंट होवे, खुशबू होवे, इत्र होवे। कहते धूफां तो खाइयां गईयां खुशबू के वास्ते माहौल बनाया गया, क्योंकि ये धर्म के चिन्ह ने। कोई कुछ भी कही जाए, अज बड़े बनने भावें जी जोतां नहीं बालनियां चाहिए, ठीक है, धूफां की बालनियां चाहिए, फोटोआं की जोतां नहीं लानियां चाहिए। पर गुरु घरां विच जिहड़ियां लगियां ने उन्हां दा कारण की है? जो देसी घ्यो साडा वातावरण प्योर करता है। चलो ये रौला पाउंदे पाई जाण दिओ, क्योंकि देसी घ्यो भी प्योर नहीं बनता। आखो साध नाम वातावरण भी पल्यूटी हो रहा है। पर जो देसी घ्यो सड़दा होवे सुगंधी आएगी, किते मिट्टी का तेल डीजल सड़दा होवे दुर्गंधी आएगी, बदबू होएगी। ये वातावरण शुद्ध बनाउण दीआं चीज़ां सी। कहंदे उस वेले सिखां ने धूफां जगाईआं, नारियल 5 पैसे मध्य के घर कमलों के नेत्र बंद किए, चौंकड़ा लाया हुआ है, थले बैठे ने ना वो तप जिथे वो विछाई हुई संघासन से नहीं। पर गुरता गद्दी का समान सतगुरा संभव रखिया। बाबा गुरदित्ता जी को कोल बुलाया, भाई गुरबख्श कोले ने ते सिखां नूं पास बुला के सतगुर नेत्र बंद करके ध्यान धरिया बाबे बकाले साहिब दा। गुरु तेग बहादुर पातशाह ये नाम सिर्फ तुहानूं पता है, इतिहास में जो समय किसी को नहीं सी पता। सुरत जोड़ के ध्यान धर के उठे ने फिर सतगुर नमस्कार कीती है। संगत सगरी निकट बुलाई जिसमें सियाने सिख समुदाई। सतगुरां ने सारी संगत कोल बुला लई। संगत विच सियाणी मोटी सिख ने पहला मर्ज ने नमस्कार कीती, फिर कीतियां 3 प्रकरमा। जब भी गुरु साहब ने गुरता गद्दी दी, तिलक लाया गुरता गद्दी का, 3 प्रकरमा कीतियां, तन करके मन करके बाणी धन करके 3 प्रकरमा करके सतगुर बैठ के नेत्र बंद। अद्धी घड़ी 30 मिनट सतगुर दी बिल्कुल शांत रहे। आसन जोर नाथ गुर आगे नमो करे को चरनी लागे। बाबा बकाला साहब अमृतसर की तरफ मुख करके मर्द ने मत्था टेकता, नमस्कार की। अजे तक कोई बोल नहीं बोलिया। कृत की जरहे मसाल अगारी अपर सुगंधन बहु महकारी। सुगंधियां हो गई चारे पासे। सिखां ने जो ये हालात देखे रो पए हो भी हुण तक ते दलासा सीमा च छड्ड के जाणगे, इत्थे पक्के सबूत छड्ड गए। आखो सतनाम जेहड़े गुरता गद्दी दे रहे ने बस अजकल विच विछोड़ा देण संगतां होईआं, भुप्पां निकलियां, अपना आप सिखां तो कंट्रोल नहीं हुंदा, बस रो रहे ने। सभा लगाई जथो चित सारी बैठे चौं दिश गुर परवारी। समझ नहीं किसी नूं बदे आउंदा, की करिए किवें सतगुरां नूं रोकीए, जोर नहीं कोई, बस सुन हो के मौन हो के सब कुछ वेख रहे ने। अरे मौन सब हेरन करे सने सने गुर सिमरत धरे। फिर बैठ के सतगुरां काफी देर सिमरन कीता, बंद की। अगे भी इदां ही हुंदा सी, जदों महाराज गुरता करते दिंदे ने प्रकरमा करके झोली च नारियल पा के चरना ते मत्था टेक दिंदे ने। पर अज सतगुर केड़ हूर बरता रहे ने, मर्यादा हूर ओही है कि सिख नूं कोल बनाया। बाबा गुरदित्ता जी नूं कहंदे भाई, बाबा बकाला साहब जा करके गुप्त गल है
नारियल ते गुड़ता गद्दी साडी भेटा कर दिओ ते कह दिओ संगत विच प्रगट हो के दीदार बख्शो, इन्हां संगतां नूं सांभ लो। श्री हर कृष्ण दर्श कहु दान, दिन हो कीन जनत कल्याण। कहते सतगुरां ने फिर सिखां नूं हुक्म कीता, गुरु साहब छेती प्रगट होणगे, उदों तक सबर रखियो। आखो सतनाम। जदों तक आसमान विच चंद ना चढ़े, बड़ियां लाइटां लोग जगाउंदे, रोशनियां करते, पर कुदरत दी लाइट कुदरती है। जिन्ने मर्जी तारे चढ़ जाण, चंद वाली गल थोड़ा बनदी है। मर्द ने समा दिता, वो जिहड़ियां खुंबां बड़ी देर तो पैदा होईयां, बड़ी देर तो किहड़ियां ने खुंबां दी की जिंदगी हुंदी पता तुहानूं? अज है ते कल है नहीं। आखो सतनाम। ये खुंबां हुंदियां एक दो दिन की खेती, इसे करके उन्होंने फ्रिजरां रखना पैंदा, बर्फ च ला के रखना पैंदा भी ठंडी रवे, जे उन्होंने गर्मी लग जाए खत्म हो जाती है। आ जिन्ने भी बैठे सी ना 22 गुरु बनने ने, कह लो ये भागो दियां खुंबां सी। आखो सतनाम। अज बड़े जो बनते ने, कल लभणी कोई नहीं, उत्थे है ही नहीं कोई। मर्द कहते भाई खुंबां दा समा होए, तुसीं भटकना नहीं। रंग बड़ा सोहना, छतरियां लगणगियां चट्टियां, सोहणे कपड़े पाए होणगे, पर जदों सूरज चढ़ गया ना, एक भी खुंब नहीं लभणी। सजियो प्रियंक तरे गुर भई, कुछ को आस तरन थिर थिए। सतगुर सच्चे पातशाह जी फेर संघासन ते नहीं बैठे, जदों ये परिक्रमा करके नमस्कार की तब भी बैठ गए, भुंजे बैठे ने। क्योंकि जदों गुरता गद्दी दे देन मर्द, फिर वो गद्दी के संघासन ते नहीं बैठे। सारा इतिहास तुसीं सुनिया, इन्ना सत्कार करते ने। कंचन थार निकट करवायो, देख दहनो हाथ उठायो। फिर सतगुरां ने वो थाल अपने हत्थां च फड़िया ते वार घुमाया, तन मन धन करके नमस्कार कीती। ज्ञानी ज्ञान सिंह सवारिक विच लिखदे ने, कहंदे गुरता गद्दी दी रस्म सतगुरां ने भाई गुरदित्ता दे सामने कीती। बाबा बुੱਢਾ जी दी अंश विचों भाई झंडा जी होए, उन्हां दे पुੱਤਰ भाई गुरदित्ता जी होए। इन्हां नूं नारियल वस्त्र 5 पैसे बढ़ाए ते पुੱਤ कह दित्ता, जाके बेटा साडी कर दिओ, जाके साडी गद्दी उन्हां नूं सौंप दिओ। मृदल मनिंद कमल के जोई, प्रेरण करियो बिकहे कन सोई। गुरता गद्दी सतगुरां ने दे दित्ती, पर संगतां नूं अजे भी नहीं पता कि गुरु साडा कित्थे है। जी रस्म ते हो गई ना, मर्द ने सुनने का थाल सिख नूं फड़ाता ते संगतां नूं समझाउंदे ने, कहंदे हिरदे करड़े रखियो, तुहाडे ते कसबट्टियां लगणगीਆਂ। पैसे पंज उठावन करे, श्री फल साथ हाथ मोह धरे। इन्हां 5 सिखां नूं मर्द ने भेज दिता, तुसीं जाओ बाबा बकाला साहब। उन्हां उसे वे नारियल लिया, सब कुछ लिया, पालकी साहब विच बैठे गुप्तो गुप्ती चले गए। डरते किसी का नहीं, पर इन्ना मर्द इशारा करके भी राम राय गुरु नहीं होएगा। आखो सतनाम। इशारा ही है ना कि साडे गुरु कौन होण, साडा रूप कौन होणगे, हुण वो दस्सण लगे ने। एन मंडला कृत ग्रह बारी, करियो सो ध्यान परिक्रमा धारी। फिर सतगुर संगत नूं कहण लगे, सिखो बाबा बसहे बीच बकाले। बकाला की है? पिंड का नाम है। अज बीचला अमृतसर साहिब ब्यास तो 7-8 किलोमीटर की दूरी ते सज्जे हथ बहुत बड़ा एक नगर वसिया है, जिहदा नाम है बाबा बकाला साहिब। उन्होंने बाबा बकाला टोली पिंड का नाम भी बकाला सी। उत्थे बाबा जी बैठे ने, वो किहड़े ने? नावे गुरु तेग बहादुर पातशाह को सतनाम। बाबा हुण बाबा का अर्थ की हुंदा है? किहनूं कहंदे बाबा? समझो जरा टेक्निकल पॉइंट है, किते नहीं बनना। बाबा क्या जाता बुजुर्ग नूं, बुजुर्ग किहड़ा जिहनूं असीं दादा जी कहने आ। मालवे के पिंडां च दादा जी नूं बाबा जी कहते बुलाया जाता, अज भी बुलाउंदे लोग। ते गुरु हरकृष्ण पातशाह बाबा गुरदित्ता जी दे पोतरे, यही है ना, सुनते आ रहे हो तुसीं। ते बाबा गुरदित्ता जी दे भरा ने गुरु तेग बहादुर पातशाह। हुण दादे दा भरा साडा की लगे? बाबा ही लगे। आखो सतनाम। बाबा ही है ना, जे कुछ होर है दस दिओ। इसे करके मर्द ने इशारा किया, बाबा बसे बीच बकाले। कोई साडे बाबा जी बैठे ने उत्थे, दादा जी दादा समान देना, पर भरावां च नहीं हुंदा कोई। मर्द कहंदे भाई उत्थे बैठे ने, वो अपनी संगत आप संभाले। सिखो तुसीं क्यों फिक्र करदे हो?
जिस माली की फुलवाड़ी उन्हें आपे सांभ लेनी आखो सतनाम। बाबा बकाला साहब की धरती ते बह के संगतां नूं संभालणगे। लेपन करी भूम जह पावन निज कर देत है करे टिकावन। सिख कोल हो के पुछदे मर्द कितना क समा लगेगा। मर्द कहते बहुत थोड़ा समा रह गया, सूरज चढ़ेगा। सूरज चढ़ा देना किसे, रोशनी होएगी। उस तो पहला ते बुआ नूं भी समा मिलना है, लगणगियां। जिद्दण सूरज चढ़ गया बुआ लभणियां नहीं किथे ने। आखो सतनाम। हुण इह तो उपर की हो सकदा है? कहते मर्द दे चरनां च जदों खबर सुनी, जब वक्त भी बैठा हुंदा नेगेटिव बाउस दे विच, दोती भी हुंदे ने खबरां लैण वाले, CID लैण वाले। पता लग्या राम राय ने अपने चाचा जी को खबर भेज दी, धीर मल कोल भी मौका सांभ ला। आखो सतनाम। बकाले की गल चलदी है, तू करतारपुर बैठे है, बस फिर की होना है? बाबा बकाला साहब लोकी रौला पाउंदे, इन्हां नूं पता है इत्थे किहड़ा नाम लिखिआ है, आपा भी ते फिर बाबा ही। आखो सतनाम। कला गद्दी लाई बैठा, जिहने चिट्टे कपड़े पा लए ओही बाबा जी। मेरे वर्गे नूं भी लोग बाबा जी कही जाते। मैं ते इक गल पुछदा, सानूं बाबा किहड़े पासे नूं कहंदे? ना साडे दंद झड़े, ਉਹ ਸਾਡੇ ਤੇ ਦਾੜੀ ਵੀ ਅਜੇ ਬੱਕਰੀ ਦੀ ਪੂਛ ਵਰਗੀ। ਆਖੋ ਸਤਨਾਮ। ਤੁਸੀਂ ਸਾਨੂੰ ਬਾਬਾ ਜੀ ਕਹਿਣ ਲੱਗੇ। ਕੱਲ ਤੇ ਜਵਾਕਾਂ ਨੂੰ ਗੁਰਮੁਖੋ ਬਾਬਾ ਉਸੇ ਨੂੰ ਕਿਹਾ ਜਾਂਦਾ ਹੈ ਜਿਹਦੀ ਉਮਰ ਵੱਡੀ, ਜਿਹਦਾ ਹਿਰਦਾ ਸਿਆਣਾ ਹੋਵੇ, ਜਿਹਦੇ ਅੰਦਰ ਸਿਆਣਪ ਹੋਵੇ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕਹਿੰਦੇ ਬਾਬਾ ਵਸ ਹੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਜਿਹਦੀ ਸੰਗਤ ਹੈ, ਜੋ ਸਤਿਗੁਰ ਨੇ, ਉਹਨਾਂ ਸੱਚਿਆਂ ਨੂੰ ਸਾਂਭ ਲੈਣਾ। ਸੱਚਾ ਹੀ ਸਾਂਭੂਗਾ। ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਜਿਹੜੇ ਆਪ ਸਹਾਈ ਹੋਣਗੇ ਨਾ, ਉਹ ਸੱਚਿਆਂ ਦੇ ਸਹਾਰੇ ਬਣ ਜਾਂਦੇ ਨੇ, ਤੇ ਜਿਹੜੇ ਕੱਚੇ ਹੋਣਗੇ ਉਹਨਾਂ ਕੱਚਿਆਂ ਕੋਲ ਜਾਣਾ ਏ। ਆਪ ਜੋਰ ਪੁਨ ਬੰਧਨ ਖਾਨੀ ਨੇਤਰ ਉਘਾਰ ਕਹੀ ਮੁਖ ਬਾਨੀ। ਬਸ ਇੰਨਾ ਬਚਨ ਸਤਿਗੁਰਾਂ ਨੇ ਕਹਿ ਦਿੱਤਾ। ਸਿੱਖ ਪੁੱਛਦੇ ਨੇ, ਘੁਸਰ ਮੁਸਰ ਸ਼ੁਰੂ ਹੋ ਗਈ। ਕਹਿੰਦੇ ਸ਼ੁਕਰ ਕਰੋ ਇੰਨਾ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਬਕਾਲਾ ਸਾਹਿਬ ਹੋਣਗੇ। ਕੋਈ ਗੱਲ ਨਹੀਂ, ਮਰਦ ਤੋਂ ਬਾਅਦ ਆਪਾਂ ਬਾਬਾ ਬਕਾਲਾ ਸਾਹਿਬ ਜਾਵਾਂਗੇ। ਮਰਦ ਕਹਿੰਦੇ ਭਾਈ ਉੱਥੇ ਜਾਇਓ। ਇਹ ਵੀ ਬਚਨ ਕਹਿ ਦਿੱਤਾ, ਖੁੰਬਾਂ ਦੇ ਪਿੱਛੇ ਨਾ ਲੱਗ ਜਿਓ। ਇਹ 4 ਦਿਨ ਦੀਆਂ ਚਾਨਣੀਆਂ ਹੁੰਦੀਆਂ। ਆਖੋ ਸਤਨਾਮ। ਕੱਚਿਆਂ ਪਿੱਛੇ ਨਾ ਸਿੱਖੋ ਲੱਗਿਓ। ਇਹ ਪਰਖ ਦੀ ਕਸਵੱਟੀ ਸੀ ਵੀ ਗੁਰੂ ਸਾਹਿਬ ਨਾਲ ਜੁੜੇ, ਸ਼ਬਦ ਨਾਲ ਜੁੜੇ। ਕਿੰਨੇ ਕੱਚਿਆਂ ਨੂੰ ਮੱਥਾ ਟੇਕਣਗੇ। ਸਮਾਂ ਤੇ ਪਊ, ਗੈਪ ਪਊਗਾ। ਸਮਾਂ ਇੱਧਰ ਵੀ ਸਮਾਪਤ ਹੋ ਗਿਆ ਹੈ। ਕਥਾ ਵੀ ਬਿਲਕੁਲ ਸਮਾਪਤੀ ਤੇ ਆ ਗਈ ਹੈ। ਅੰਤਮ ਉਪਦੇਸ਼ ਤੇ ਗੁਰਨਾ ਗਤੀ ਦੀ ਰਸਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਅੱਜ ਕਰ ਦਿੱਤੀ। ਇਸ਼ਾਰਾ ਕਰ ਦਿੱਤਾ ਹੈ ਅੱਗੇ। ਹੁਣ ਇਹ ਕਥਾ ਅੱਗੇ ਚੱਲਦੀ ਜਾਣੀ ਹੈ। 16 ਤਰੀਕ ਦਿਨ ਸ਼ਨੀਵਾਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਪਾਵਨ ਜੀਵਨ ਦੀ ਕਥਾ ਦੀ ਸਮਾਪਤੀ ਹੋਏਗੀ। ਮਰਦ ਸੱਚਖੰਡ ਗਮਨ ਹੋਣਗੇ ਤੇ ਉਸੇ ਦਿਨ ਸਾਵਣ ਦੀ ਸੰਗਰਾਂਦ ਹੈ। ਸਾਵਣ ਦਾ ਮਹੀਨਾ ਝੜੀਆਂ ਲੱਗਦੀਆਂ। ਪੰਜਾਬ ਦਾ ਸੱਭਿਆਚਾਰ ਹੈ। ਇਸ ਸਮੇਂ ਦੇ ਵਿੱਚ ਲੋਕ ਅਕਸਰ ਪਿੰਡਾਂ ਤੇ ਸ਼ਹਿਰਾਂ ਦੇ ਕਹਿੰਦੇ ਨੇ ਜੇ ਕੁਝ ਛੱਪਣ ਨੂੰ ਜੀ ਕਰਦਾ ਤੇ ਮਾਲ ਪੂਰੇ ਬਣਾ ਲਓ। ਨਹੀਂ ਹੁੰਦਾ। ਤੇ ਸੰਗਤਾਂ ਦੀ ਇੱਛਾ ਸੀ। ਦੇਖੋ ਸੰਗਤ ਕਾਮਦੇਨ ਹੁੰਦੀ ਹੈ, ਪਰਮਾਤਮਾ ਦਾ ਰੂਪ ਹੁੰਦੀ ਹੈ। ਜੋ ਸੰਗਤ ਚਾਹੁੰਦੀ ਉਹ ਕਰ ਲੈਂਦੀ, ਜੋ ਸੰਗਤ ਕਰਦੀ ਉਹ ਰੱਬ ਨੂੰ ਵੀ ਚੰਗਾ ਲੱਗਦਾ ਹੈ। ਕਹਿੰਦੇ ਜਿੱਥੇ ਪੰਜਾਬੀ ਸੱਭਿਆਚਾਰ ਖੀਰ ਮਾਲ ਪੁੜੇ ਨੇ, ਸੰਗਤ ਕਹਿੰਦੇ ਬਣਾ ਦਿਓ। ਤੇ ਸੰਗਰਾਮ ਦਾ ਦਿਨ ਹੈ ਤੇ ਸਤਿਗੁਰਾਂ ਜੋਤੀ ਜੋਤ ਸਮਾਉਣਾ ਹੈ। ਉਸ ਦਿਨ ਬਾਅਦ ਪੂੜਿਆਂ ਤੇ ਖੀਰ ਦੇ ਲੰਗਰ ਚੱਲਣਗੇ। ਜਿੱਥੇ ਆਪਾਂ ਕਥਾ ਦਾ ਰਸ ਲੈਣਾ ਉੱਥੇ ਪੂੜੇ ਵੀ ਨਹੀਂ ਬਖਸ਼ਣੇ। ਆਖੋ ਸਤਨਾਮ। ਉਸ ਪਾਸੇ ਵੀ ਹੋਣਾ ਹੈ। ਤੇ ਗੁਰਮੁਖੋ ਇੱਕ ਬੇਨਤੀ, ਹੁਣ ਅੱਜ 10ਵੀਂ ਦਾ ਦਿਨ ਸੀ ਕਿ ਸੰਗਤਾਂ ਨੂੰ ਬੇਨਤੀ ਹੈ ਭਾਈ ਲੰਗਰ ਛਕੇ ਬਗੈਰ ਕਿਸੇ ਨੇ ਨਹੀਂ ਜਾਣਾ। ਤੇ ਜਿੰਨਾ ਸੰਗਤਾਂ ਨੇ ਸੇਵਾ ਕਰਨੀ ਹੈ ਵੈਸੇ ਤੇ ਲੋੜ ਹੈ ਨਹੀਂ, ਪਰ ਬੜੇ ਜ਼ੋਰ ਪਾਉਂਦੇ ਕਿ ਜੀ ਸਾਨੂੰ ਕਿਉਂ ਨਹੀਂ ਦੱਸਦੇ। ਉਹ ਭਾਈ ਪ੍ਰਬੰਧਕਾਂ ਨੂੰ ਸਿੱਧਾ ਮਿਲ ਸਕਦੇ ਨੇ ਜਿਨ੍ਹਾਂ ਨੇ ਕਰਨੀ। ਬਾਕੀ ਸਤਿਗੁਰਾਂ ਦੀ ਬਹੁਤ ਕਿਰਪਾ ਹੈ, ਕਮੀ ਕਿਸੇ ਚੀਜ਼ ਦੀ ਨਹੀਂ। ਜਿੱਥੇ ਸੰਗਤ ਹੋਵੇ ਉੱਥੇ ਰੱਬ ਆਪ ਵਰਤਦਾ ਤੇ ਵਰਤ ਵੀ ਸਤਿਗੁਰ ਰਹੇ ਨੇ, ਕੋਈ ਸ਼ੱਕ ਨਹੀਂ। ਤੇ ਸੰਗਤਾਂ ਨੂੰ ਬੇਨਤੀ ਹੈ ਭਾਈ ਸਮਾਪਤੀ ਵਾਲੇ ਦਿਨ ਅਰਦਾਸ ਹੋਣੀ ਹੈ। ਅਰਦਾਸ ਦੇ ਵਿੱਚ ਸਾਰਿਆਂ ਨੇ ਜੁੜਨਾ ਹੈ ਪਰਿਵਾਰਾਂ ਸਮੇਤ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦਿਓ ਤਾਂ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਜੀਵਨ ਦੀ ਕਥਾ ਦੀ ਸ਼ੁਰੂਆਤ ਆਪਾਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਕਰ ਸਕੀਏ। ਸਮਾਂ ਸਮਾਪਤ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਮੇਂ ਦੀ ਸਮਾਪਤੀ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਹਾਥ ਜੋਰ ਪੁਨਾ ਬੰਦਨ ਖਾਨੀ ਨੇਤਰ ਉਗਾਰ ਕਹੀ ਮੁਖ ਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ